सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता दी। ਜਿਹੜੇ ਆਪਣੇ ਮਾਲਿਕ ਨੂੰ ਖੁਸ਼ ਕਰਨਾ ਸਿੱਖ ਗਏ ਨਾ, ਪਰਮਾਤਮਾ ਨੂੰ ਖੁਸ਼ ਕਰਨਾ ਸਿੱਖ ਗਏ, ਫਿਰ ਦੁਨੀਆ ਤੇ ਕਮੀ ਵੀ ਉਹਨਾਂ ਨੂੰ ਕੋਈ ਨਹੀਂ ਰਹਿੰਦੀ, ਕਿਉਂਕਿ ਸਾਰੀਆਂ ਦਾਤਾਂ ਦੇਣ ਵਾਲਾ ਤਾਂ ਕੌਣ ਹੈ? ਉਹ ਮਾਲਿਕ ਹੈ, ਉਹ ਪਰਮਾਤਮਾ ਹੈ। ਜਦੋਂ ਉਹਨੂੰ ਖੁਸ਼ ਕਰਨਾ ਇਨਸਾਨ ਸਿੱਖ ਲੈਂਦਾ ਹੈ ਤਾਂ ਫਿਰ ਦੁਨੀਆ ਦੀਆਂ ਖੁਸ਼ੀਆਂ, ਦੁਨੀਆ ਦੇ ਸੁੱਖ ਪਦਾਰਥ ਆਪਣੇ ਆਪ ਹੀ ਉਹਦੇ ਮਗਰ ਮਗਰ ਆਣੇ ਸ਼ੁਰੂ ਹੋ ਜਾਂਦੇ ਐ। ਤਾਂ ਜੇ ਇਨਸਾਨ ਉਹਨੂੰ ਹੀ ਖੁਸ਼ ਕਰਨਾ ਨਾ ਸਿੱਖਿਆ, ਉਹਦੀ ਖੁਸ਼ੀ ਨਾ ਇਨਸਾਨ ਨੇ ਦੇਖੀ, ਬਸ ਦੁਨੀਆ ਦੀਆਂ ਖੁਸ਼ੀਆਂ ਦੇਖਦਾ ਰਹਿ ਗਿਆ, ਤਾਂ ਫਿਰ ਕੀ ਹੁੰਦਾ ਹੈ? ਫਿਰ ਇਨਸਾਨ ਦਾ ਜੀਵਨ ਦੁੱਖਾਂ ਨਾਲ ਭਰਦਾ ਚਲਾ ਜਾਂਦਾ ਹੈ। ਤਾਂ ਹੀ ਤਾਂ ਅੱਜ ਤੁਸੀਂ ਆਪਣੇ ਆਪ ਨੂੰ ਦੇਖ ਲਓ ਕਿ ਇੰਨੇ ਸਾਲਾਂ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਖੁਸ਼ੀ ਪਾਉਣ ਦੀ, ਸੁੱਖ ਪਾਉਣ ਦੀ, ਪਰ ਸਿਵਾਏ ਦੁੱਖਾਂ ਤੋਂ ਮਿਲਿਆ ਕੀ ਹੈ? ਕਿਉਂਕਿ ਤੁਸੀਂ ਕੋਸ਼ਿਸ਼ ਕੀਤੀ ਦੁਨੀਆ ਨੂੰ ਖੁਸ਼ ਕਰਨ ਦੀ, ਸੰਸਾਰ ਨੂੰ ਖੁਸ਼ ਕਰਨ ਦੀ, ਆਪਣੇ ਆਪ ਨੂੰ ਖੁਸ਼ ਕਰਨ ਦੀ। ਇੱਕ ਵੀ ਕਰਮ ਐਸਾ ਨਹੀਂ ਕੀਤਾ ਕਿ ਅਸੀਂ ਕਹਿ ਸਕੀਏ ਕਿ ਇਹ ਕੰਮ ਮੈਂ ਆਪਣੇ ਮਾਲਿਕ ਨੂੰ, ਪਰਮਾਤਮਾ ਪ੍ਰਭੂ ਨੂੰ ਖੁਸ਼ ਕਰਨ ਵਾਸਤੇ ਕਰ ਰਿਹਾ ਹਾਂ। ਜਦੋਂ ਉਹਦੀ ਖੁਸ਼ੀ ਤੁਹਾਡੇ ਨਾਲ ਜੁੜ ਜਾਏਗੀ ਤਾਂ ਫਿਰ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਦਾ ਚਲਾ ਜਾਏਗਾ। ਔਰ ਇਹ ਕਦੋਂ ਹੋਏਗਾ? ਜਦੋਂ ਤੁਸੀਂ ਆਪਣੀ ਕਰਨੀ ਤੇ ਵੀ ਨਜ਼ਰ ਰੱਖੋਗੇ। ਜਿੱਦਾਂ ਆਪਣੇ ਕੱਪੜਿਆਂ ਤੇ ਨਜ਼ਰ ਰੱਖਦੇ ਹੋ ਦਾਗ ਨਾ ਲੱਗ ਜਾਵੇ, ਇੱਦਾਂ ਕਰਨੀ ਤੇ ਵੀ ਨਜ਼ਰ ਰੱਖੋ ਕਿ ਮੇਰੇ ਤੋਂ ਕੋਈ ਇਦਾਂ ਦਾ ਕਰਮ ਨਾ ਹੋਵੇ ਕਿ ਬੁਰਾਈ ਦਾ ਦਾਗ ਮੈਨੂੰ ਲੱਗ ਜਾਵੇ। ਕਿਉਂਕਿ ਆਪਣੇ ਕਰਨੀ ਨੂੰ ਮੈਂ ਸਾਫ਼ ਰੱਖੂੰਗਾ, ਆਪਣੀ ਕਰਨੀ ਨੂੰ ਮੈਂ ਸਹੀ ਰੱਖੂੰਗਾ, ਤਾਂ ਫਿਰ ਹਰ ਕਦਮ ਤੇ ਮੇਰਾ ਮਾਲਿਕ ਮੇਰੇ ਨਾਲ ਰਹੇਗਾ। ਔਰ ਜਿਹਦੇ ਨਾਲ ਉਹਦਾ ਮਾਲਿਕ ਹੋਵੇ ਫਿਰ ਉਹਨੂੰ ਕਮੀ ਤਾਂ ਕਦੀ ਕੋਈ ਆ ਹੀ ਨਹੀਂ ਸਕਦੀ। ਜਿੱਦਾਂ ਬੱਚੇ ਨੂੰ ਪਤਾ ਹੁੰਦਾ ਨਾ ਮੇਰੇ ਮਾਤਾ ਪਿਤਾ ਮੇਰੇ ਨਾਲ ਚਲੇ ਐ, ਤਾਂ ਉਹਨੂੰ ਕੋਈ ਡਰ ਨਹੀਂ ਹੁੰਦਾ, ਫਿਕਰ ਨਹੀਂ ਹੁੰਦੀ, ਕਿਉਂਕਿ ਪਤਾ ਹੈ ਮੇਰੀ ਸੰਭਾਲ ਕਰਨ ਵਾਲੇ ਮੇਰੇ ਨਾਲ। ਇਸੇ ਤਰ੍ਹਾਂ ਉਹ ਕਰਨੀ ਕਰੋ, ਉਸ ਮਾਰਗ ਤੇ ਚਲੋ ਕਿ ਅਸੀਂ ਵੀ ਵਿਸ਼ਵਾਸ ਨਾਲ ਕਹਿ ਸਕੀਏ ਕਿ ਮੈਂ ਉਹ ਕੰਮ ਕਰ ਰਿਹਾ ਕਿ ਮੇਰਾ ਮਾਲਿਕ ਮੇਰੇ ਨਾਲ। ਨਹੀਂ ਤਾਂ ਇੱਕ ਛੋਟੀ ਜਿਹੀ ਕਹਾਣੀ ਸੁਣੀ ਸੀ, ਅਸੀਂ ਪੜ੍ਹੀ ਸੀ ਕਿਤੇ ਕਿ ਇੱਕ ਵਾਰ ਨਾ ਇੱਕ ਬੰਦਾ ਐਰੋਪਲੇਨ 'ਚ ਸਫ਼ਰ ਕਰ ਰਿਹਾ, ਯਾਨੀ ਇਕੱਲਾ ਹੀ ਨਹੀਂ ਸੀ, ਪੂਰਾ ਪਲੇਨ ਭਰਿਆ ਹੋਇਆ ਹੈ, ਪੂਰਾ ਪਲੇਨ ਭਰਿਆ ਹੋਇਆ ਹੈ। ਤਾਂ ਹੁਣ ਕਹਿੰਦੇ ਉਹ ਪਲੇਨ ਦੇ ਵਿੱਚ ਸਫ਼ਰ ਕਰ ਰਿਹਾ ਹੈ ਕਿ ਅਚਾਨਕ ਇੱਕ ਜਗ੍ਹਾ ਇਦਾਂ ਦੇ ਹਾਲਾਤ ਆ ਗਏ, ਬਾਰਿਸ਼ ਹੋਣ ਲੱਗੀ, ਬਿਜਲੀ ਗੜਨ ਲੱਗੀ, ਪਲੇਨ ਬੁਰੀ ਤਰ੍ਹਾਂ ਕੰਬਣ ਲੱਗ ਗਿਆ, ਬੁਰੀ ਤਰ੍ਹਾਂ ਕੰਬਣ ਲੱਗ ਗਿਆ। ਜਦੋਂ ਪਲੇਨ ਕੰਬਣ ਲੱਗਾ ਸਾਰੇ ਡਰ ਗਏ। ਉਹ ਆਦਮੀ ਨੇ ਫਟਾਫਟ ਕੀ ਕੀਤਾ? ਉੱਚੀ ਉੱਚੀ ਰਾਮ 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 ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਕੀ ਹੋ ਗਿਆ ਤੈਨੂੰ, ਐਡੀ ਉੱਚੀ ਉੱਚੀ ਰਾਮ ਰਾਮ ਕਿਉਂ ਕਰ ਰਿਹਾ? ਉਹ ਕਹਿੰਦਾ ਭਾਈ ਰਾਮ ਰਾਮ ਉੱਚੀ ਉੱਚੀ ਕਰਨ ਨਾਲ ਇਹ ਹੋਣਾ ਹੈ, ਇਹ ਪਲੇਨ ਬਚ ਜਾਣਾ ਹੈ, ਪਲੇਨ ਗਿਰਨ ਤੋਂ ਬਚ ਜਾਣਾ, ਅਸੀਂ ਸਾਰਿਆਂ ਨੇ ਬਚ ਜਾਣਾ ਹੈ। ਉਹ ਕਹਿੰਦੇ ਤੂੰ ਇੰਨੀ ਸ਼ੋਰਟੀ ਨਾਲ, ਯਾਨੀ ਇੰਨੇ ਵਿਸ਼ਵਾਸ ਨਾਲ ਕਿੱਦਾਂ ਕਹਿ ਸਕਦਾ ਤੇਰੇ ਰਾਮ ਰਾਮ ਕਹਿਣ ਨਾਲ ਪਲੇਨ ਬਚ ਜਾਣਾ ਹੈ? ਉਹ ਕਹਿੰਦਾ ਦੇਖੋ ਜੀ, ਦੇਖੋ ਜੀ ਕਿ ਮੈਂ ਪੜ੍ਹਿਆ ਹੈ, ਕਿਤੇ ਸੰਤ ਨੇ ਲਿਖਿਆ ਸੀ ਜਾਂ ਕਿਤੇ ਸੰਤਾਂ ਦੇ ਸਤਸੰਗ 'ਚ ਮੈਂ ਸੁਣਿਆ ਸੀ ਕਿ ਜਦੋਂ ਬੰਦਾ ਰਾਮ ਰਾਮ ਕਹਿੰਦਾ ਨਾ ਸਿੱਧਾ ਪ੍ਰਮਾਤਮਾ ਦੇ ਧਾਮ ਨੂੰ ਜਾਂਦਾ ਹੈ। ਰਾਮ ਰਾਮ ਕਹਿੰਦਾ ਮਰਦਾ, ਯਾਨੀ ਰੱਬ ਦਾ ਨਾਮ ਲੈਂਦਾ ਮਰਦਾ ਆ, ਚਾਹੇ ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਕਿ ਉਹ ਸਾਰੇ ਨਾਮ ਪ੍ਰਮਾਤਮਾ ਦੇ ਹੀ ਹੈ ਨਾ। ਸੋਚੋ ਰਾਮ ਰਾਮ ਹੈ, ਨਾਮ ਸਾਰੇ ਉਹਦੇ ਹੈ। ਇਹ ਤਾਂ ਇੱਕ ਸਮਝਾਉਣ ਵਾਸਤੇ ਹੈ ਕਿ ਮੈਂ ਸੁਣਿਆ ਹੈ ਕਿ ਰਾਮ ਰਾਮ ਕਹਿਣ ਨਾਲ ਬੰਦਾ ਸਿੱਧਾ ਪ੍ਰਮਾਤਮਾ ਦੇ ਘਰ ਚਲਾ ਜਾਂਦਾ ਹੈ। ਜਦੋਂ ਮਰਦਾ ਹੈ ਉਹਦੀ ਜ਼ੁਬਾਨ ਤੇ ਰਾਮ ਨਾਮ ਹੋਵੇ, ਪ੍ਰਮਾਤਮਾ ਦਾ ਨਾਮ ਹੋਵੇ, ਸਿੱਧਾ ਰੱਬ ਦੇ ਘਰ ਚਲਾ ਜਾਂਦਾ ਹੈ। ਇਸ ਲਈ ਮੈਂ ਇਹ ਪੂਰੇ ਯਕੀਨ ਨਾਲ ਕਹਿ ਸਕਦਾ ਪਲੇਨ ਨਹੀਂ ਗਿਰੇਗਾ, ਕਿਸੇ ਦੀ ਮੌਤ ਨਹੀਂ ਹੋਣੀ। ਉਹ ਕਹਿੰਦੇ ਕੀ ਮਤਲਬ, ਕੀ ਮਤਲਬ? ਇਹ ਗੱਲ ਦਾ ਕੀ ਮਤਲਬ ਕਿ ਤੂੰ ਰਾਮ ਰਾਮ ਕਹਿ ਰਿਹਾ, ਰਾਮ ਰਾਮ ਕਹਿਣ ਨਾਲ ਬੰਦਾ ਸਿੱਧਾ ਰੱਬ ਦੇ ਘਰ ਜਾਂਦਾ ਆ, ਔਰ ਤੂੰ ਕਹਿੰਦਾ ਹੈ ਮੈਂ ਰਾਮ ਰਾਮ ਇਸ ਲਈ ਕਹਿ ਰਿਹਾ ਕਿ ਇਹ ਪਲੇਨ ਨਹੀਂ ਗਿਰਨਾ, ਕਿਸੇ ਦੀ ਮੌਤ ਨਹੀਂ ਹੋਣੀ। ਕਿਉਂ? ਉਹ ਕਹਿੰਦਾ ਇਸ ਲਈ ਕਿ ਮੈਨੂੰ ਪਤਾ ਹੈ ਮੈਂ ਜੀਵਨ ਜਿੰਨੇ ਪਾਪ ਕੀਤੇ ਐ ਕਿ ਰੱਬ ਨੇ ਮੈਨੂੰ ਸਿੱਧਾ ਧਾਮ ਲੈ ਕੇ ਨਹੀਂ ਜਾਣਾ। ਉਹਨਾਂ ਕਹਿੰਦਾ ਪਲੇਨ ਨਹੀਂ ਬਚਾ ਲਓ ਭਰਾਵਾ, ਇਹ ਨਾ ਮੇਰੇ ਧਾਮ ਚਲਾ ਜਾਵੇ। ਪਾਪੀ ਬੰਦਾ ਲਾਸਟ ਟਾਈਮ ਤੇ ਰਾਮ ਰਾਮ ਕਰ ਰਿਹਾ, ਸਾਰੀ ਜ਼ਿੰਦਗੀ ਤੇ ਨਾ ਪਾਪ ਕੀਤੇ, ਇਸ ਲਈ ਮੈਂ ਪਲੇਨ ਨੂੰ ਕੁਛ ਨਹੀਂ ਹੋਣ ਦੇਣਾ, ਨਹੀਂ ਤਾਂ ਮੈਨੂੰ ਇਹਦੇ ਵਰਗੇ ਨਕੰਮੇ ਨੂੰ ਆਪਣੇ ਘਰ ਲੈ ਕੇ ਜਾਣਾ ਪੈਣਾ। ਕਹਿੰਦਾ ਮੈਨੂੰ ਆਪਣੇ ਪਾਪਾ ਤੇ ਇੰਨਾ ਵਿਸ਼ਵਾਸ ਹੈ ਕਿ ਰੱਬ ਨੇ ਆਪਣੇ ਧਾਮ ਤੇ ਲਿਜਾਣ ਦੀ ਬਜਾਏ ਇਹ ਪਲੇਨ ਨੂੰ ਬਚਾਉਣਾ ਮਨਜ਼ੂਰ ਕਰ ਲੈਣਾ ਕਿ ਇਦਾਂ ਦੇ ਬੰਦੇ ਨੂੰ ਆਪਣੇ ਘਰ ਲਿਜਾਵਾਂ, ਇਹ ਲਾਇਕ ਨਹੀਂ ਹੈ, ਇਹ ਪਲੇਨ ਨਹੀਂ ਬਚਾ ਲਓ ਭਰਾਵਾ, ਇਹਨੂੰ ਕੁਛ ਨਾ ਹੋ। ਕਈ ਬੰਦਿਆਂ ਨੂੰ ਇਦਾਂ ਦੇ ਯਕੀਨ ਵੀ ਹੁੰਦਾ ਕਿ ਮੈਂ ਇੰਨਾ ਪਾਪੀ, ਤਾਂ ਕਈ ਸਾਡੇ ਵਰਗੇ ਹੁੰਦੇ ਆ ਜਿਨ੍ਹਾਂ ਨੂੰ ਯਕੀਨ ਹੀ ਹੁੰਦਾ ਕਿ ਰੱਬ ਤੋਂ ਸਿਵਾ ਹੈ ਹੀ ਕੁਛ ਨਹੀਂ, ਪਰਮਾਤਮਾ ਤੋਂ ਸਿਵਾ ਹੈ ਹੀ ਕੁਛ ਨਹੀਂ। ਇੱਥੇ ਰੋਮ ਰੋਮ ਦੇ ਵਿੱਚ ਉਹੀ ਤਾਂ ਹੈ। ਹੁਣ ਤੁਸੀਂ ਕਹਿੰਦੇ ਵਿਸ਼ਵਾਸ ਕਰਦੇ ਹੋ, ਤੁਸੀਂ ਇਸ ਚੀਜ਼ ਤੇ ਵੀ ਵਿਸ਼ਵਾਸ ਕਰ ਸਕਦੇ ਹੋ ਕਿ ਮੈਂ ਬਹੁਤ ਨਿਕੰਮਾ, ਬਹੁਤ ਪਾਪੀ, ਬਹੁਤ ਬੁਰਾ, ਮੈਨੂੰ ਰੱਬ ਕਿੱਥੇ ਮਿਲਣਾ ਹੈ। ਤਾਂ ਤੁਸੀਂ ਇਸ ਗੱਲ ਤੇ ਵੀ ਯਕੀਨ ਕਰ ਸਕਦੇ ਹੋ ਕਿ ਜੇ ਮੈਂ ਵੇਖਾਂ ਅਮਲਾਂ ਬੱਲੇ ਕੁਝ ਨਹੀਂ ਮੇਰੇ ਪੱਲੇ, ਪਰ ਜੇ ਦੇਖਾਂ ਤੇਰੀ ਰਹਿਮਤ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ। ਕਿ ਜੇ ਮੈਂ ਅਮਲ ਦੇਖਾਂ ਠੀਕ ਹੈ ਮੈਂ ਇਸ ਲਾਇਕ ਨਹੀਂ ਆ, पर फिर भी मैं दावे नाल कह सकदा है मैनू मेरा मालिक मिल सकता है, मैनू मेरा मालिक हासिल हो सकता है, क्योंकि
बेशक मेरे अंदर कमियां है पर मेरा मालिक ता रहमतां दा भंडार है, वो तो भरपूर है। वो चाहे ता जब मौज में आई वो लहरे कतरे को समुंदर कर डाला। ये मौज में आ जाए तो कतरे भी समुंदर बना देंगे। वो चाहे तो की नहीं कर सकता, बोलो समझते हो कि नहीं? वो चाहे तो कखा लख कर दे, करने वाला वही है। सारा संसार ये ब्रह्मंड ਉਹਦੇ सहारे तो चल रहा है। बस ये विश्वास अपने अंदर रखना है कि अपने पापा वाल नहीं देखना, ਉਹਦੀਆਂ रहमतां वाल देखना है, ਉਹਦੀਆਂ बख्शिशां वाल देखना है, अपने मालिक ते यकीन रखना है कि मैनू अपने मालिक ते पूरा विश्वास है, मेरा मालिक मेरे। तो फिर तुसी देखोगे तुहाडे जीवन च खुशियां अपने आप आउणगियां, पर यकीन होना चाहिए अंदर पूरा। और ये कदों होएगा? जदों साडी करनी अच्छी होएगी, जदों साडे अंदर प्रेम होएगा। इसलिए मियां मुहम्मद बख्श ने अपने कलाम अंदर किया है कि आशिकां दी गल दुनिया अगे नहीं मुनासिब करनी। वो कहते और रब दे आशिकां दी गल दुनियादारां अगे करनी मुनासिब नहीं है, सही नहीं है। क्योंकि दुनियादार ने रब दे आशिकां नूं की समझना, रब दे इश्क नूं की समझना, परमात्मा दी मुहब्बत नूं की समझना। अगली लाइन च मियां मुहम्मद बख्श की कहते हैं कि आशिकां दी गल दुनिया अगे नहीं मुनासिब करनी, मिठी खीर मुहम्मद बख्शा जो कुत्तियां अगे धरना। जरा गौर करना, क्योंकि पढ़ के देखना, कहते कुत्तियां वास्ते मिठा जहर का काम करता है। जे कुत्तियां नूं मिठा ज्यादा पाया जाए ना, हाजम नहीं हुंदा उन्हां नूं कई रोग हो जाते हैं, चमड़ी के रोग हो जाते, जख्म बनने शुरू हो जाते, कीड़ा लगना शुरू हो जाता है। इसलिए समझना। सो यही गल मियां मुहम्मद बख्श कहते हैं कि जिद्दां खीर जिन्नी मर्जी सोहनी बना लो, बादाम पा के, मेवे बना के, मिठा पा के सुंदर तो सुंदर खीर बना दो, पर कुत्ते अगे रख दो तो कुत्ते वास्ते वो जहर ही है, उन्होंने हाजमे नहीं होनी, ਉਹਨੂੰ ਤਕਲੀਫ ਨਹੀਂ ਉਹਦੇ ਨਾਲ। ਉਹ ਕਹਿੰਦੇ ਇਸੇ ਤਰ੍ਹਾਂ ਜਿਹੜੇ ਰੱਬ ਦੇ ਆਸ਼ਿਕਾਂ ਦੀ ਜਦੋਂ ਗੱਲ ਹੁੰਦੀ ਹੈ ਨਾ, ਪਰਮਾਤਮਾ ਦੇ ਇਸ਼ਕ ਦੀ ਜਦੋਂ ਗੱਲ ਹੁੰਦੀ ਹੈ, ਫਕੀਰਾਂ ਦੀ ਜਦੋਂ ਗੱਲ ਹੁੰਦੀ ਹੈ, ਜਿਹੜੇ ਆਸ਼ਿਕ ਹੁੰਦੇ ਆ ਉਹਨਾਂ ਨੂੰ ਤਾਂ ਹਾਜ਼ਮ ਹੋ ਜਾਂਦੀ, ਪਰ ਜਿਹੜੇ ਦੁਨੀਆਦਾਰ ਹੁੰਦੇ ਆ ਉਹਨਾਂ ਨੂੰ ਹਾਜ਼ਮ ਹੀ ਨਹੀਂ ਹੋ ਪਾਉਂਦੀ। ਤਾਂ ਹੀ ਤਾਂ ਜੇ ਜੀਸਸ ਕ੍ਰਾਈਸਟ ਨੇ ਜਦੋਂ ਗੱਲ ਕੀਤੀ ਰੱਬ ਦੀ ਤਾਂ ਲੋਕਾਂ ਨੂੰ ਹਾਜ਼ਮ ਨਹੀਂ ਹੋਈ, ਸਲੀਬ ਤੇ ਚੜਾ ਦਿੱਤਾ। ਜਦੋਂ ਹਜ਼ੂਰ ਮੁਹੰਮਦ ਨੇ ਗੱਲ ਕੀਤੀ ਤਾਂ ਲੋਕਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਮਹਾਵੀਰ ਨੇ ਗੱਲ ਕੀਤੀ ਤਾਂ ਉਹਨਾਂ ਦੇ ਕੰਨਾਂ 'ਚ ਕਿਲ ਠੋਕੇ ਗਏ। ਮਹਾਤਮਾ ਬੁੱਧ ਨੇ ਗੱਲ ਕੀਤੀ ਤਾਂ ਉਹਨਾਂ ਨੂੰ ਗਾਲੀਆਂ ਮਿਲੀਆਂ, ਕਿਉਂਕਿ ਰੱਬ ਦੇ ਘਰ ਦੀਆਂ ਗੱਲਾਂ ਇਹ ਰੱਬ ਦੇ ਪਿਆਰੇ ਹੀ ਸਮਝ ਸਕਦੇ ਆ। ਹੁਣ ਤੁਸੀਂ ਸਮਝਦੇ ਹੋ ਕਿ ਨਹੀਂ? ਜੇ ਪਿਆਰੇ ਹੋਵੋਗੇ ਤਾਂ ਜ਼ਰੂਰ ਸਮਝੋਗੇ, ਕਿਉਂਕਿ ਆਸ਼ਿਕਾਂ ਨੂੰ ਹੀ ਆਸ਼ਿਕਾਂ ਦੀ ਗੱਲ ਹਾਜ਼ਮ ਹੁੰਦੀ ਹੈ, ਉਹਨਾਂ ਦੇ ਅੰਦਰ ਤੱਕ ਉਤਰ ਜਾਂਦੀ ਹੈ, ਉਹਨਾਂ ਦੀ ਰੂਹ ਤੇ ਰੰਗ ਚੜ ਜਾਂਦਾ ਹੈ। ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ। ਤਾਂ ਹੀ ਤਾਂ ਕਹਿੰਦੇ ਹੈ कि जिन्हां दे अंदर साईं मियां मुहम्मद बख्श दा अगला कलाम है कि जिन्हां दे अंदर ओदा इश्क समा जांदा है ना, जिन्हां दे अंदर ओदी मुहब्बत समा जांदी है, दुनिया ते जीवन जन्म सफल भी ओदा ही मन्निया जांदा है। जिन्हां अंदर इश्क ना रतिया, वो दसदे है कि जिन्हां दे अंदर इश्क ही ना रतिया होवे, रतिया दा मतलब समझदे ना, बंदा अंदर रत गया, मेरे अंदर समा गया, मेरे रोम रोम दे विच। और मियां मुहम्मद बख्श की कहंदे है, जिन्हां अंदर इश्क ना रतिया कुत्ते उस थी चंगे, मालिक दा कदी दर ना छड़ दे भावें रहंदे भुखे नंगे। हुण जरा ध्यान देना, मियां मुहम्मद बख्श ने की मिसाल दी कि जिन्हां दे अंदर वो सच्चे रब दा प्यार ही नहीं है, जिन्हां दे अंदर वो सच्चे रब दी मुहब्बत ही नहीं है, जिन्हां नूं अपने मुर्शिद नाल प्रेम नहीं है, यानी परमात्मा नाल प्रेम नहीं है, कहंदे कुत्ते उस थी चंगे। फिर जानवर ਉਹਦੇ ਨਾਲੋਂ ਚੰਗੇ ਹੈ, ਇਹ ਕੁੱਤੇ ਉਹਦੇ ਨਾਲੋਂ ਚੰਗੇ ਹੈ। ਕਿਉਂਕਿ ਜੇ ਇਨਸਾਨ ਅੰਦਰ ਆਪਣੇ ਮਾਲਿਕ ਦਾ ਪਿਆਰ ਹੀ ਨਹੀਂ ਹੈ ਤਾਂ ਫਿਰ ਇਨਸਾਨ ਵਿੱਚ ਤਾਂ ਕੁੱਤਿਆਂ ਵਿੱਚ ਕਹਿੰਦੇ ਜਾਨਵਰਾਂ 'ਚ ਕੋਈ ਫਰਕ ਹੀ ਨਹੀਂ। ਇਸ ਲਈ ਸਮਝਣਾ। ਤਾਂ ਹੀ ਤਾਂ ਬੁੱਲੇ ਸ਼ਾਹ ਨੇ ਵੀ ਕਿਹਾ ਨਾ ਕਿ ਬੁੱਲਿਆ ਕੁੱਤੇ ਤੇ ਤੋਂ ਉੱਤੇ। ਸੋ ਕੁੱਤਿਆਂ ਨੂੰ ਲੈ ਕੇ ਵੀ ਕਈਆਂ ਸੂਫੀ ਫਕੀਰਾਂ ਨੇ ਆਪਣੇ ਆਪਣੇ ਕਲਾਮ ਵਿੱਚ ਬੜਾ ਖੋਲ ਕੇ ਦੱਸਿਆ ਹੈ। ਜੋ ਕੱਲਾ ਕੱਲਾ ਦੱਸਾਂਗੇ ਫਿਰ ਤਾਂ ਰਾਤ ਇੱਥੇ ਪੈ ਜਾਣੀ ਹੈ। ਇਸ ਲਈ ਅਸੀਂ ਮੇਨ ਪੁਆਇੰਟ ਤੇ ਆਣਾ ਹੈ। ਜਰਾ ਸਮਝਣਾ ਇਸ कि जिन्हां अंदर इश्क ना रतिया कुत्ते उस थी चंगे, मालिक दा दर मूल नी छड़दे भावें रहंदे भुखे नंगे। वो कहंदे जेड़े परमात्मा नाल प्रेम करन वाले है, प्रभु नाल मुहब्बत करन वाले है, जिंदगी जीवन उन्हां दा ही सफल है। तां जेड़े अपने रब नाल प्रेम नहीं करदे या अपने प्रभु नाल प्रेम नहीं करदे तां फिर वो कहंदे पशु पंछी जानवर उन्हां नालों चंगे। हुण अगली मिसाल वो की दिंदे है कि मालिक दा दर मूल ना छड़ दे भावें रहंदे भुखे नंगे। कि अज इंसान अपने रब दा नाम लैंदा है, रब नूं याद करदा, जे रब सानू दे ही जावे ते असीं रब नाल प्यार करदे, जे एक बार ना देवे
ਤਾਂ ਅਸੀਂ ਰੱਬ ਨਾਲ ਹੀ ਤਕਰਾਰ ਕਰਨੀ ਸ਼ੁਰੂ ਕਰ ਦਿੰਦੇ ਹਾਂ, ਰੱਬ ਨੂੰ ਹੀ ਬੁਰਾ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਹੁੰਦਾ ਕਿ ਨਹੀਂ? ਮਾੜੀ ਜਿਹੀ ਤਕਲੀਫ ਆ ਗਈ ਤਾਂ ਰੱਬ ਨੂੰ ਬਹਿਸਾਂ ਕਰਨ ਪੈਂਦੇ, ਲੜ ਪੈਂਦੇ ਆ ਅਸੀਂ। ਉਹ ਕਹਿੰਦੇ ਫਿਰ ਦੇਖੋ ਕੁੱਤੇ ਤੁਹਾਡੇ ਤੋਂ ਚੰਗੇ ਆ ਕਿ ਨਹੀਂ? ਉਹ ਮਾਲਿਕ ਉਹਨਾਂ ਨੂੰ 2 ਦਿਨ ਰੋਟੀ ਨਾ ਪਾਵੇ, 2 ਦਿਨ ਖਾਣਾ ਨਾ ਦੇਵੇ, ਭੁੱਖੇ ਹੀ ਰਹਿੰਦੇ ਆ, ਨੰਗੇ ਵੀ ਰਹਿੰਦੇ, ਕੋਈ ਕੱਪੜਾ ਨਹੀਂ ਹੁੰਦਾ ਉਹਨਾਂ ਦੇ ਤਨ ਤੇ, ਪਰ ਫਿਰ ਵੀ ਆਪਣੇ ਮਾਲਿਕ ਦੇ ਦਰ ਤੇ ਬੈਠੇ ਰਹਿੰਦੇ। ਹੁਣ ਜਿਹਨਾਂ ਅੰਦਰ ਇਸ਼ਕ ਹੁੰਦਾ ਹੈ ਨਾ, ਜਿਹਨਾਂ ਅੰਦਰ ਪਿਆਰ ਹੁੰਦਾ ਹੈ, ਉਹਨਾਂ ਨੂੰ ਫਿਰ ਕੋਈ ਤਕਲੀਫ ਆ ਜਾਵੇ, ਕੋਈ ਦੁੱਖ ਆ ਜਾਵੇ, ਕੋਈ ਪਰੇਸ਼ਾਨੀ ਆ ਜਾਵੇ, ਉਹ ਕਦੀ ਵੀ ਆਪਣੇ ਮਾਲਿਕ ਨੂੰ ਸ਼ਿਕਾਇਤ ਨਹੀਂ ਕਰਦੇ, ਬਲਕਿ ਹਰ ਹਾਲਤ ਵਿੱਚ ਆਪਣੇ ਮਾਲਿਕ ਦਾ ਸ਼ੁਕਰ ਕਰਦੇ ਹੈ ਕਿ ਇਹ ਮੇਰੇ ਪ੍ਰਮਾਤਮਾ ਜੇ ਇੰਨੀਆਂ ਖੁਸ਼ੀਆਂ ਦਿੱਤੀਆਂ ਹੈ, ਇਹ ਜ਼ਿੰਦਗੀ ਦਿੱਤੀ ਹੈ, ਔਰ ਇਹਦੇ 'ਚ ਜੇ ਥੋੜੀ ਜਿਹੀ ਤਕਲੀਫ ਵੀ ਦਿੱਤੀ ਤਾਂ ਵੀ ਤੇਰਾ ਸ਼ੁਕਰ ਹੈ। ਬੋਲੋ ਸਮਝਦੇ ਹੋ? ਹੁਣ ਫਰਜ਼ ਕਰੋ ਤੁਸੀਂ ਬਾਜ਼ਾਰ ਜਾਂਦੇ ਹੋ, ਆਲੂਆਂ ਦੀ ਬੋਰੀ ਖਰੀਦ ਕੇ ਲਿਆਂਦੇ ਹੋ। ਹੁਣ ਉਹ ਆਲੂਆਂ ਦੀ ਬੋਰੀ ਘਰ ਲੈ ਕੇ ਆਏ, ਜੇ ਉਹ ਚੋਂ 5-7 ਆਲੂ ਗਲੇ ਨਿਕਲ ਜਾਣ, ਤੁਸੀਂ ਲੜਨ ਜਾਓਗੇ ਆਲੂਆਂ ਵਾਲੇ ਨਾਲ? ਜਵਾਬ ਦਿਓ ਸਾਨੂੰ, ਲੜਨ ਜਾਓਗੇ ਤੁਸੀਂ? ਉਹ ਭਾਈ ਮੈਂ ਤਾਂ ਬੋਰੀ ਲੈ ਕੇ ਗਿਆ ਸੀ, 5-7 ਆਲੂ 10 ਆਲੂ ਵਿੱਚੋਂ ਖਰਾਬ ਨਿਕਲੇ, ਗਲਿਓ ਨਿਕਲੇ, ਸੜਿਓ ਨਿਕਲੇ, ਲੜਨ ਜਾਂਦੇ ਜਾਂ ਤੁਸੀਂ ਸਮਝਦੇ ਹੋ ਕਿ ਠੀਕ ਹੈ ਭਾਈ ਜਿੱਥੇ ਬੋਰੀ ਆਂਦੀ ਹੈ 2-4 ਪੀਸ ਖਰਾਬ ਵੀ ਹੋ ਸਕਦੇ ਹੈ, ਹੋ ਸਕਦੇ? ਲੜਦਾ ਨਹੀਂ ਹੈ ਬੰਦਾ। ਹੁਣ ਇਸੇ ਤਰ੍ਹਾਂ ਜੇ ਪ੍ਰਮਾਤਮਾ ਨੇ ਇੰਨੇ ਸੋਹਣੇ ਦਿਨ ਸਾਨੂੰ ਦਿੱਤੇ ਹੈ, ਔਰ ਇੱਕ ਅੱਧਾ ਦਿਨ ਕੋਈ ਐਸਾ ਆ ਗਿਆ ਜਿਸ ਕੋਈ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਤਕਲੀਫ ਦਾ ਸਾਹਮਣਾ ਕਰਨਾ ਪੈਂਦਾ, ਤਾਂ ਇੱਕ ਦਿਨ ਨੂੰ ਦੇਖ ਕੇ ਰੱਬ ਨਾਲ ਸ਼ਿਕਾਇਤਾਂ ਨਾ ਕਰੋ, ਬਲਕਿ ਸ਼ੁਕਰ ਕਰੋ ਕਿ ਪ੍ਰਮਾਤਮਾ ਜ਼ਿੰਦਗੀ ਬੜੀ ਸੁੰਦਰ ਤੂੰ ਦਿੱਤੀ ਹੈ, ਇਹ ਜੀਵਨ ਬੜਾ ਸੋਹਣਾ ਦਿੱਤਾ ਹੈ, ਪਰ ਜੇ ਦੁੱਖ ਮੈਨੂੰ ਆਇਆ, ਪੀੜਾ ਮੈਨੂੰ ਆਈ ਹੈ, ਤੇ ਤੇਰੇ ਕਰਕੇ ਨਹੀਂ, ਕਿਤੇ ਨਾ ਕਿਤੇ ਇਹ ਕਰਨੀ ਮੇਰੀ ਹੋਣੀ ਹੈ, ਕਿਉਂਕਿ ਜਦ ਵੀ ਪੀੜਾ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਬੰਦੇ ਦੀ ਉਹ ਕਰਨੀ ਹੁੰਦੀ ਹੈ। ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿ ਜਦੋਂ ਤੁਸੀਂ ਕੁਝ ਐਸਾ ਕਰਦੇ ਹੋ ਜਿਹਦੇ ਨਾਲ ਦੂਜੇ ਨੂੰ ਤਕਲੀਫ ਹੁੰਦੀ, ਤਾਂ ਰਿਟਰਨ ਤੁਹਾਡੇ ਤੱਕ ਉਹ ਤਕਲੀਫ ਆਣੀ ਜ਼ਰੂਰ ਹੈ, ਚਾਹੇ 1 ਦਿਨ ਬਾਅਦ ਆਵੇ, 2 ਦਿਨ ਬਾਅਦ ਆਵੇ, ਕਿਉਂਕਿ ਜੈਸਾ ਬੀਜੇ ਸੋ ਲੁਣੇ, ਕਿ ਜੋ ਬੀਜਣਾ ਉਹ ਤਾਂ ਸਾਨੂੰ ਪਾਣਾ ਪੈਣਾ ਹੈ। ਬੋਲੋ ਸਮਝਦੇ ਹੋ? ਇਸ ਲਈ ਯਾਦ ਰੱਖੋ ਹਮੇਸ਼ਾ ਕਿ ਹਰ ਹਾਲਤ ਵਿੱਚ ਅਗਰ ਅਸੀਂ ਆਪਣੇ ਮਾਲਿਕ ਦਾ ਸ਼ੁਕਰ ਕਰਦੇ ਚਲੇ ਜਾਈਏ, ਤਾਂ ਜੇ ਸਾਡੀ ਕਰਨੀ ਦੀ ਵਜ੍ਹਾ ਨਾਲ ਕੋਈ ਦੁੱਖ ਵੀ ਆਉਣ ਵਾਲਾ ਹੁੰਦਾ ਹੈ ਨਾ, ਔਰ ਅਸੀਂ ਆਪਣੇ ਮਾਲਿਕ ਦਾ ਸ਼ੁਕਰ ਕਰਦੇ, ਤਾਂ ਸਾਡਾ ਮਾਲਿਕ ਸਾਨੂੰ ਉਹਨਾਂ ਦੁੱਖਾਂ ਤੋਂ ਬਚਾ ਕੇ ਰੱਖਦਾ ਹੈ ਕਿ ਇਹ ਮੇਰਾ ਪਿਆਰਾ ਹੈ ਜੋ ਹਰ ਹਾਲਤ ਵਿੱਚ ਸ਼ੁਕਰ ਕਰਦਾ ਹੈ, ਤਾਂ ਜੇ ਇਹ ਸ਼ੁਕਰ ਕਰਦਾ ਹੈ ਤਾਂ ਇਹਨੂੰ ਮੈਂ ਦੁੱਖ ਵੀ ਆਣ ਨਹੀਂ ਦੇਣਾ। ਇਸ ਲਈ ਸ਼ੁਕਰਾਨਾ ਕਰੋ ਹਮੇਸ਼ਾ। ਬੋਲੋ ਸਮਝਦੇ ਹੋ? ਇਸੇ ਲਈ ਤਾਂ ਗੁਰੂ ਰਹਿਬਰ ਪੀਰ ਫਕੀਰ ਕਹਿੰਦੇ ਹੈ ਕਿ ਸ਼ੁਕਰ ਕਰਨ ਦੇ ਨਾਲ ਹੀ ਉਹਦੀਆਂ ਰਹਿਮਤਾਂ ਵੱਧਦੀਆਂ ਚਲੀਆਂ ਜਾਂਦੀਆਂ ਹੈ, ਉਹਦੀਆਂ ਰਹਿਮਤਾਂ ਦੇ ਦਰਵਾਜ਼ੇ ਸਾਡੇ ਵਾਸਤੇ ਖੁੱਲਦੇ ਚਲੇ ਜਾਂਦੇ ਹੈ। ਸ਼ੁਕਰਾਨਾ ਕਰਨ ਦੇ ਨਾਲ, ਗ੍ਰੈਟੀਟਿਊਡ ਕਰਨ ਦੇ ਨਾਲ, ਧੰਨਵਾਦ ਕਰਨ ਦੇ ਨਾਲ ਸਾਡੇ ਜੀਵਨ 'ਚ ਜਿਹੜੀਆਂ ਚੀਜ਼ਾਂ ਦੀ ਕਮੀ ਹੁੰਦੀ ਹੈ ਉਹ ਕਮੀਆਂ ਪੂਰੀਆਂ ਹੁੰਦੀਆਂ ਚਲੀਆਂ ਜਾਂਦੀਆਂ ਹੈ, ਤਾਂ ਸ਼ਿਕਾਇਤਾਂ ਕਰਨ ਦੇ ਨਾਲ ਸਾਡੇ ਜੀਵਨ 'ਚ ਕਮੀਆਂ ਵੱਧਦੀਆਂ ਚਲੀਆਂ ਜਾਂਦੀਆਂ। ਇਹ ਗੱਲ ਯਾਦ ਰੱਖਣਾ ਹਮੇਸ਼ਾ। ਇਸ ਲਈ ਬੁਰੇ ਤੋਂ ਬੁਰੇ ਹਾਲਾਤ ਵਿੱਚ ਵੀ ਜਿਹੜਾ ਆਪਣੇ ਰੱਬ ਦਾ ਸ਼ੁਕਰ ਕਰਦਾ ਹੈ, ਜਲਦੀ ਉਹਦੇ ਹਾਲਾਤ ਬਦਲਨੇ ਸ਼ੁਰੂ ਹੋ ਜਾਂਦੇ ਆ, ਪਰ ਸ਼ੁਕਰਾਨਾ ਦਿਲੋਂ ਹੋਵੇ। ਇਹ ਨਹੀਂ ਕਿ ਉੱਪਰੋਂ ਸ਼ੁਕਰ ਕਰਨਾ ਤਾਂ ਅੰਦਰ ਸ਼ਿਕਾਇਤ ਲੈ ਕੇ ਬੈਠੇ ਰਹਿਣਾ। ਸਮਝਦੇ ਹੋ ਕਿ ਨਹੀਂ? ਕਈ ਵਾਰ ਬੰਦਾ ਹੁੰਦਾ ਨਾ ਬਾਹਰੋਂ ਕਹਿੰਦਾ ਨਹੀਂ ਧੰਨਵਾਦ ਧੰਨਵਾਦ, ਪਰ ਅੰਦਰ ਹੁੰਦਾ ਕੋਈ ਮੌਕਾ ਮਿਲੇ ਤਾਂ ਫਿਰ ਦੱਸਾ ਦੇਣਾ, ਬਾਹਰੋਂ ਸ਼ੁਕਰੀਆ, ਪਰ ਅੰਦਰ ਖਿਝ ਜਿਹੀ ਰਹਿੰਦੀ ਹੈ, ਗੁੱਸਾ ਜਿਹਾ ਰਹਿੰਦਾ ਹੈ, ਕਿਉਂਕਿ ਪਤਾ ਹੈ ਇਹ ਸ਼ਕਤੀ 'ਚ ਬੜਾ ਹੈ, ਤਾਕਤ 'ਚ ਬੜਾ, ਕਰ ਮੈਂ ਕੁਝ ਸਕਦਾ ਨਹੀਂ, ਇਸ ਲਈ ਭਾਈ ਸ਼ੁਕਰਾਨਾ ਹੀ ਕਰ ਲਈਏ। ਜਰਾ ਸਮਝੋ ਸਾਰੇ। ਹੁਣ ਇਦਾਂ ਦਾ ਜਿਹੜਾ ਦੋਗਲਾਪਨ ਹੈ ਨਾ, ਇਹ ਰੱਬ ਦੇ ਘਰ ਨਹੀਂ ਚੱਲਦਾ। ਰੱਬ ਤਾਂ ਸੱਚਾਈ ਦੇਖਦਾ ਹੈ ਕਿ ਤੇਰੇ ਅੰਦਰ ਸੱਚਾਈ ਹੋਣੀ ਚਾਹੀਦੀ ਹੈ। ਜੇ ਤੂੰ ਸ਼ੁਕਰ ਕਰਦਾ ਹੈ, ਇਸ਼ਕ ਕਰਦਾ ਹੈ, ਪ੍ਰੇਮ ਕਰਦਾ, ਤਾਂ ਉਹ ਤੇਰੇ ਦਿਲ ਵਿੱਚ ਹੋਣਾ ਚਾਹੀਦਾ ਹੈ, ਫਿਰ ਗੱਲ ਬਣਦੀ ਹੈ। ਤਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਜਿਹੜੇ ਮਸਤ ਨੇ ਮਸਤ ਨਿਗਾਹਾਂ ਦੇ, ਉਹ ਮੈਂ ਵਹਦਤ ਦੀ ਪੀਂਦੇ ਨੇ। ਜ਼ਰਾ ਸਮਝਣਾ ਸਾਰੇ ਜੀ, ਜਿਹੜੇ ਮਸਤ ਨੇ ਮਸਤ ਨਿਗਾਹਾਂ ਦੇ, ਉਹ ਮੈਂ ਵਹਦਤ ਦੀ ਪੀਂਦੇ ਨੇ। ਮੈਂ ਕਿਹਨੂੰ ਕਹਿ ਦਿੰਦੇ ਆ? ਸ਼ਰਾਬ ਨੂੰ। ਔਰ ਵਹਦਤ ਕਿਹਨੂੰ ਕਹਿ ਦਿੰਦੇ ਆ? ਵਾਹਿਦਹੁ ਲਾ ਸ਼ਰੀਕ, ਯਾਨੀ ਉਹ ਪ੍ਰਮਾਤਮਾ ਦੇ ਘਰ ਦੀ ਇੱਕੋ ਹੀ ਤਾਂ ਹੈ ਪ੍ਰਮਾਤਮਾ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਕਿਹਾ ਜਾਂਦਾ ਹੈ ਕਿ ਇਨਸਾਨ ਪੀਵੇ ਤਾਂ ਉਹਦੇ ਇਸ਼ਕ ਦੀ ਪੀਵੇ, ਉਹਦੇ ਪ੍ਰੇਮ ਦੀ ਪੀਵੇ, ਉਹਦੇ ਨਾਮ ਦੀ ਪੀਵੇ, ਕਿਉਂਕਿ ਉਹਦੀ ਮਸਤੀ ਫਿਰ ਐਸੀ ਹੈ ਜਿਹੜੀ ਇੱਕ ਵਾਰ ਚੜ੍ਹਦੀ ਹੈ ਤਾਂ ਮੁੜ ਕੇ ਉਤਰਦੀ ਨਹੀਂ ਹੈ। ਜਿਹੜੇ ਮਸਤ ਨੇ ਮਸਤ ਨਿਗਾਹਾਂ ਦੇ, ਉਹ ਮੈਂ ਵਹਦਤ ਦੀ ਪੀਂਦੇ ਨੇ। ਇਸ ਲਈ ਤੁਸੀਂ ਕਿਹੜੀ ਪੀ ਰਹੇ ਹੋ? ਕਿਉਂਕਿ ਕੋਈ ਪਿਆਲਿਆਂ ਦੀ ਪੀਂਦਾ ਹੈ, ਕੋਈ ਸ਼ਰਾਬਾਂ ਗਲਾਸਾਂ 'ਚ ਪਾ ਕੇ ਪੀਂਦਾ ਹੈ, ਕੋਈ ਚਿੱਟਾ ਘੋਲ ਕੇ ਪੀਂਦਾ, ਪਤਾ ਨਹੀਂ ਕਿੱਦਾਂ ਪੀਂਦੇ ਆ। ਚਲੋ ਜਿੱਦਾਂ ਵੀ ਹੈ, ਨਸ਼ੇ ਪੀਂਦੇ ਆ। ਇਨਸਾਨ ਕੋਈ ਅਫੀਮ ਦਾ ਨਸ਼ਾ ਕਰਦਾ, ਕੋਈ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਹੈ,
ਹੁਣ ਜਿਹੜੇ ਇਦਾਂ ਦੇ ਨਸ਼ਿਆਂ ਨੂੰ ਪੀਂਦੇ ਆ ਨਾ, ਉਹ ਤਾਂ ਜ਼ਿੰਦਗੀ ਬਰਬਾਦ ਕਰਕੇ ਬਹਿ ਜਾਂਦੇ ਆ, ਉਹ ਤਾਂ ਆਪਣਾ ਘਰ ਪਰਿਵਾਰ ਉਜਾੜ ਕੇ ਬਹਿ ਜਾਂਦੇ ਆ। ਤਾਂ ਜਿਹੜੇ ਆਪਣੇ ਮਾਲਕ ਦੇ ਪ੍ਰੇਮ ਦੀ ਪੀਂਦੇ ਆ, ਆਪਣੇ ਮਾਲਕ ਦੇ ਇਸ਼ਕ ਦੀ ਪੀਂਦੇ ਆ, ਤਾਂ ਫਿਰ ਉਹੀ ਬਰਬਾਦ ਤੋਂ ਆਬਾਦ ਹੋ ਜਾਂਦੇ ਆ, ਫਿਰ ਉਹ ਕੱਖਾਂ ਤੋਂ ਲੱਖਾਂ ਦੇ ਹੋ ਜਾਂਦੇ ਆ। ਹੁਣ ਤੁਸੀਂ ਜੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਉਹਦੇ ਇਸ਼ਕ ਦੀ ਪੀਓ, ਉਹਦੇ ਯਕੀਨ ਦੀ ਪੀਓ, ਉਹਦੇ ਵਿਸ਼ਵਾਸ ਦੀ ਪੀਓ। ਤਾਂ ਜੇ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦੇ ਹੋ, ਆਪਣੇ ਘਰ ਨੂੰ ਉਜਾੜਨਾ ਚਾਹੁੰਦੇ ਹੋ, ਜੀਵਨ ਨੂੰ ਉਜਾੜਨਾ ਚਾਹੁੰਦੇ ਹੋ, ਤਾਂ ਫਿਰ ਇਹ ਦੁਨੀਆ ਵਾਲੀ ਪੀਓ, ਜਿਹੜੀ ਗਲਾਸਾਂ 'ਚ ਪਾ ਕੇ ਪੀਤੀ ਜਾਂਦੀ ਹੈ, ਜਾਂ ਕਿੱਦਾਂ ਪੀਤੀ ਜਾਂਦੀ ਹੈ, ਪੀਣ ਵਾਲੇ ਨੂੰ ਪਤਾ ਹੀ ਹੁੰਦਾ ਹੈ। ਪਰ ਅਸੀਂ ਚਾਹਾਂਗੇ ਕਿ ਜਿੱਦਾਂ ਗੁਰੂਆਂ ਨੇ ਕਿਹਾ ਨਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਖੁਮਾਰੀ, ਕਰੀਏ ਤਾਂ ਉਹ ਕਰੀਏ, ਨਸ਼ਾ ਕਰੀਏ ਤਾਂ ਉਹ ਕਰੀਏ, ਜਿਹੜਾ ਚੜੇ ਤਾਂ ਮੁੜ ਕੇ ਉਤਰੇ ਨਾ। ਬੋਲੋ ਸਮਝਦੇ ਹੋ? ਇਸ ਲਈ ਜਿਹੜੇ ਮਸਤ ਨੇ ਮਸਤ ਨਿਗਾਹਾਂ ਦੇ, ਉਹ ਮੈਂ ਬਹਾਦਰ ਦੀ ਪੀਂਦੇ ਨੇ। ਹੁਣ ਜਰਾ ਗੌਰ ਕਰਨਾ ਕਿ ਅਗਰ ਤੁਸੀਂ ਵੀ ਪੀਣੀ ਹੈ ਉਹਦੇ ਘਰ ਦੀ, ਅਗਰ ਤੁਸੀਂ ਵੀ ਪੀਣੀ ਹੈ ਉਹਦੀਆਂ ਨਜ਼ਰਾਂ ਦੀ, ਤਾਂ ਫਿਰ ਉਹਦੇ ਘਰ ਦੀ ਪੀਣ ਵਾਸਤੇ, ਉਹਦੀਆਂ ਨਜ਼ਰਾਂ ਦੀ ਪੀਣ ਵਾਸਤੇ ਚੱਲ ਕੇ ਉਹਦੇ ਕੋਲ ਜਾਣਾ ਵੀ ਤਾਂ ਪੈਣਾ ਹੀ ਹੈ ਨਾ। ਜੇ ਹੁਣ ਅੱਜ ਤੁਸੀਂ ਸਤਸੰਗ ਚ ਆਏ ਹੋ ਤਾਂ ਅੱਜ ਥੋੜਾ ਜਿਹਾ ਨਸ਼ਾ ਤਾਂ ਹੋਇਆ ਹੋਣਾ, ਤੁਹਾਨੂੰ ਹੋਇਆ ਕਿ ਨਹੀਂ? ਸਮਝਦੇ ਹੋ ਕਿ ਨਹੀਂ? ਕਿਉਂਕਿ ਉਹਦੇ ਇਸ਼ਕ ਦਾ ਨਸ਼ਾ, ਉਹਦੇ ਪ੍ਰੇਮ ਦਾ ਨਸ਼ਾ, ਉਹਦੀ ਮੁਹੱਬਤ ਦਾ ਨਸ਼ਾ ਜਿਹੜਾ ਹੈ ਨਾ, ਇਹ ਗਲਾਸਾਂ ਨਾਲ ਨਹੀਂ, ਨਜ਼ਰਾਂ ਨਾਲ ਹੀ ਪਿਲਾਇਆ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇਨਸਾਨ ਪੀਣ ਨੂੰ ਤਿਆਰ ਰਵੇ ਤਾਂ ਉਹ ਵੀ ਭਰਪੂਰ ਕਰਨ ਨੂੰ ਹਮੇਸ਼ਾ ਤਿਆਰ ਰਹਿੰਦਾ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਐ ਪਿਆਰਿਆ ਆਪਣੇ ਮੁਰਸ਼ਦ ਦਾ, ਸਤਿਗੁਰ ਦਾ, ਉਹ ਪ੍ਰਭੂ ਦਾ ਦਰਵਾਜ਼ਾ ਇਸ ਤਰ੍ਹਾਂ ਫੜ ਲੈ ਕਿ ਕਦੀ ਉਹ ਦਰਵਾਜ਼ਾ ਛੁੱਟੇ ਨਾ। ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਕੱਲ ਦੇ ਸਤਸੰਗ ਚ ਰਵੀਆ ਬਸਰੀ ਦੀ ਗੱਲ ਦੱਸ ਰਹੇ ਸੀ, ਉਹ ਗੱਲ ਅਧੂਰੀ ਹੀ ਰਹਿ ਗਈ ਸੀ ਕਿਉਂਕਿ ਟਾਈਮ ਦੀ ਕਮੀ ਕਰਕੇ। ਅੱਜ ਸੋਚਦੇ ਹਾਂ ਗੱਲ ਪੂਰੀ ਕਰ ਦਈਏ, ਕਿਉਂਕਿ ਰਾਤੀ ਰਵੀਆ ਬਸਰੀ ਆਈ ਕਿ ਮਹਾਰਾਜ ਗੱਲ ਤਾਂ ਪੂਰੀ ਕਰ ਦਿੰਦੇ, ਇਸ ਕਰਕੇ ਅੱਜ ਉਹ ਗੱਲ ਪੂਰੀ ਕਰ ਦਈਏ। ਅਸੀਂ ਕੀ ਕਰੀਏ, ਸਾਰੇ ਫਕੀਰ ਸਾਡੇ ਕੋਲ ਆ ਜਾਂਦੇ ਆ, ਜਦੋਂ ਬੈਠੀ ਦਾ ਨਾ ਝੁਰਮਟ ਲੱਗ ਜਾਂਦਾ ਸਾਡੇ ਕੋਲ, ਕਿਉਂਕਿ ਉਹ ਅੱਜ ਵੀ ਕਿਤੇ ਗਏ ਨਹੀਂ ਹੈ, ਇੱਥੇ ਹੀ। ਤੇ ਇਹ ਤਾਂ ਰਵੀਆ ਨੇ ਕਿਹਾ, ਤੁਸੀਂ ਦੱਸ ਦਿੱਤਾ ਕਿ ਮੈਂ ਗੁਲਾਮ ਸੀ, ਪਰ ਇਹ ਵੀ ਤਾਂ ਦੱਸੋ ਮੈਨੂੰ ਆਜ਼ਾਦੀ ਵੀ ਮਿਲ ਗਈ ਸੀ, ਔਰ ਉਹ ਕਿਸ ਵਜ੍ਹਾ ਨਾਲ ਮਿਲੀ ਸੀ। ਤਾਂ ਜਿੱਦਾਂ ਕੱਲ ਅਸੀਂ ਰਵੀਆ ਦੀ ਗੱਲ ਅੱਧੀ ਰਹਿ ਗਈ ਸੀ, ਉਹ ਅੱਜ ਕੰਪਲੀਟ ਕਰ ਦਈਏ। ਕੱਲ ਕਿਹੜੇ ਕਿਹੜੇ ਸਤਸੰਗ 'ਚ ਪਹੁੰਚੇ ਸੀ, ਉਹਨਾਂ ਨੂੰ ਪਤਾ ਹੋਏਗਾ, ਯਾਦ ਹੋਏਗਾ। ਚਲੋ, ਕਿ ਰਵੀਆ ਬਸਰੀ ਇੱਕ ਫਕੀਰ ਔਰਤ ਹੋਈ ਹੈ, ਇੱਕ ਫਕੀਰ ਔਰਤ ਹੋਈ ਹੈ ਜਿਹੜੀ ਗੁਲਾਮਾਂ ਦੀ ਜ਼ਿੰਦਗੀ ਜੀ ਰਹੀ ਸੀ। ਕਦੀ ਕਿਸੇ ਨੇ ਉਹਨੂੰ ਖਰੀਦ ਲਿਆ, ਕਦੀ ਕਿਸੇ ਨੇ ਖਰੀਦ ਲਿਆ, ਪਰ ਉਹ ਪ੍ਰਮਾਤਮਾ ਦੀ ਇਬਾਦਤ ਬੜੀ ਕਰਦੀ ਸੀ। ਇੱਕ ਦਿਨ ਇੱਕ ਨੇਕ ਇਨਸਾਨ ਨੇ, ਜੋ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਸੀ, ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਵਾਲਾ ਸੀ, ਇੱਕ ਦਿਨ ਉਸਨੇ ਉਹਨੂੰ ਖਰੀਦ ਲਿਆ। ਜਦੋਂ ਖਰੀਦ ਕੇ ਆਪਣੇ ਘਰ ਲੈ ਕੇ ਗਿਆ, ਜਦੋਂ ਖਰੀਦ ਕੇ ਆਪਣੇ ਘਰ ਲੈ ਕੇ ਗਿਆ, ਤਾਂ ਉਸ ਵੇਲੇ ਉਹਨੇ ਰਵੀਆ ਨੂੰ ਪੁੱਛਿਆ, ਕਿਉਂਕਿ ਉਹਨਾਂ ਵੀ ਦੇਖ ਲਿਆ ਸੀ ਕਿ ਇਹ ਕੋਈ ਰੱਬ ਦੀ ਬੰਦੀ ਲੱਗਦੀ ਹੈ, ਰੱਬ ਨਾਲ ਬੜਾ ਪਿਆਰ ਕਰਨ ਵਾਲੀ ਹੈ, ਕਿਉਂਕਿ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਕਿ ਬੰਦਾ ਕੈਸਾ ਹੈ, ਨੇਕ ਹੈ ਜਾਂ ਸ਼ਾਤਿਰ ਹੈ। ਇਸ ਲਈ ਉਹਨਾਂ ਰਵੀਆ ਨੂੰ ਕਿਹਾ ਕਿ ਦੇਖ ਮੇਰੇ ਘਰ 'ਚ ਕਮਰੇ ਬਹੁਤ ਹੈ, ਮੇਰੇ ਘਰ 'ਚ ਜਗ੍ਹਾ ਬਹੁਤ ਹੈ, ਦੱਸ ਤੂੰ ਕਿਹੜੇ ਕਮਰੇ 'ਚ ਰਹਿਣਾ ਪਸੰਦ ਕਰੂੰਗੀ। ਤਾਂ ਰਵੀਆ ਨੇ ਕਿਹਾ ਜਿਹੜਾ ਇਸ ਘਰ 'ਚ ਸਭ ਤੋਂ ਨਾ ਟੁੱਟਿਆ ਫੁੱਟਿਆ ਪੁਰਾਣਾ ਕਮਰਾ ਹੋਵੇ, ਜਿੱਥੇ ਤੁਸੀਂ ਸਮਾਨ ਸਮੂਨ ਰੱਖਦੇ ਆ, ਉਹ ਕਮਰੇ 'ਚ ਰਹਿਣਾ ਪਸੰਦ ਕਰੂੰਗੀ ਮੈਂ, ਮੈਨੂੰ ਉੱਥੇ ਚਟਾਈ ਦੇ ਦਿਓ, ਮੈਂ ਉੱਥੇ ਰਹਿਣਾ ਪਸੰਦ ਕਰੂੰਗੀ। ਹੁਣ ਉਸ ਵੇਲੇ ਉਹਨੇ ਕਿਹਾ ਰਵੀਆ ਨੂੰ, ਉਹਦੇ ਮਾਲਿਕ ਨੇ, ਕਿ ਰਵੀਆ ਮੇਰੇ ਘਰ ਦੇ ਵਿੱਚ ਬਹੁਤ ਅੱਛੇ ਅੱਛੇ ਕਮਰੇ ਆ, ਸੁੰਦਰ ਸੁੰਦਰ ਕਮਰੇ ਆ, ਫਿਰ ਤੂੰ ਟੁੱਟੇ ਫੁੱਟੇ ਕਮਰੇ 'ਚ ਰਹਿਣਾ ਕਿਉਂ ਪਸੰਦ ਕਰੂੰਗੀ, ਜਿੱਥੇ ਟੁੱਟਾ ਫੁੱਟਾ ਸਮਾਨ ਪਿਆ ਹੈ, ਉੱਥੇ ਰਹਿਣਾ ਕਿਉਂ ਪਸੰਦ ਕਰੂੰਗੀ। ਮੇਰੇ ਘਰ 'ਚ ਬਹੁਤ ਸੋਹਣੇ ਸੋਹਣੇ ਕਮਰੇ ਆ, ਤੂੰ ਜਿਸ ਕਮਰੇ 'ਚ ਕਹੂੰਗੀ ਮੈਂ ਉਹ ਕਮਰਾ ਤੈਨੂੰ ਦੇ ਦੂੰ। ਜਦ ਸੁੰਦਰ ਕਮਰੇ ਹੈ, ਸੋਹਣੇ ਕਮਰੇ ਆ ਘਰ 'ਚ, ਤਾਂ ਟੁੱਟੇ ਫੁੱਟੇ ਕਮਰੇ 'ਚ ਕਿਉਂ ਰਹਿਣਾ। ਉਸ ਲਈ ਰਵੀਆ ਨੇ ਬੜੀ ਪਿਆਰੀ ਗੱਲ ਕਹੀ ਸੀ, ਉਹ ਕਹਿੰਦੀ ਹੈ ਮਾਲਿਕ, ਕਮਰੇ ਸਮਾਨ ਨਾਲ ਸੁੰਦਰ ਨਹੀਂ ਹੁੰਦੇ, ਕਮਰੇ ਰੱਬ ਦੀ ਯਾਦ ਨਾਲ ਸੁੰਦਰ ਹੁੰਦੇ ਆ। ਇਸ ਲਈ ਮੈਂ ਆਪਣੇ ਰੱਬ ਨਾਲ ਇੰਨਾ ਪ੍ਰੇਮ ਕਰਦੀ ਹਾਂ ਕਿ ਜਿੱਥੇ ਬਹਿ ਕੇ ਮੈਂ ਉਹਨੂੰ ਯਾਦ ਕਰ ਲੈਣਾ ਨਾ, ਉਹੀ ਕਮਰਾ ਮੇਰੇ ਵਾਸਤੇ ਸਵਰਗ ਤੋਂ ਸੋਹਣਾ ਬਣ ਜਾਣਾ ਹੈ। ਔਰ ਇਹ ਗੱਲ ਤੁਸੀਂ ਵੀ ਯਾਦ ਰੱਖੋ, ਘਰ ਸੋਹਣਾ ਪਰਮਾਤਮਾ ਦੇ ਜ਼ਿਕਰ ਨਾਲ ਬਣਦਾ ਹੈ, ਉਹਦੀ ਯਾਦ ਨਾਲ ਬਣਦਾ ਹੈ, ਉਹਦੀ ਬੰਦਗੀ ਨਾਲ ਬਣਦਾ ਹੈ। ਜਿਸ ਘਰ ਦੇ ਵਿੱਚ ਬੰਦਗੀ ਨਾ ਹੋਵੇ, ਉਹ ਘਰ ਚਾਹੇ ਨਕਸ਼ੇ ਵਿੱਚ ਜਿੰਨਾ ਮਰਜ਼ੀ ਸੋਹਣਾ ਹੋਵੇ, ਪੂਰੇ ਮੁਹੱਲੇ 'ਚ ਸੋਹਣਾ ਹੋਵੇ, ਪੂਰੇ ਸ਼ਹਿਰ 'ਚ ਸੋਹਣਾ ਹੋਵੇ, ਪਰ ਜੇ ਉੱਥੇ ਰੱਬ ਦਾ ਨਾਂ ਨਹੀਂ, ਉੱਥੇ ਹਰ ਵੇਲੇ ਝਗੜੇ ਚੱਲਦੇ, ਲੜਾਈਆਂ ਚੱਲਦੀਆਂ, ਤਾਂ ਫਿਰ ਉਹ ਸਮਝ ਲਓ ਉਹ ਘਰ ਸੋਹਣਾ ਨਹੀਂ ਹੈ, ਉਹ ਘਰ ਨਰਕ ਹੈ। ਕਿਉਂਕਿ ਨਰਕ ਹੀ ਹੋ ਗਿਆ ਨਾ, ਜਿੱਥੇ ਹਰ ਵੇਲੇ ਝਗੜੇ ਹੀ ਹੋਈ ਜਾਣ, ਹਰ ਵੇਲੇ ਫਸਾਦ ਹੀ ਹੋਈ ਜਾਵੇ, ਘਰ ਦੇ ਮਾਲਕ ਵੀ ਕਹਿਣ ਦਿਲ ਕਰਦਾ ਛੱਡ ਕੇ ਚਲੇ ਜਾਈਏ, ਤਾਂ ਕਾਹਦਾ ਘਰ ਉਹ।
ਪਰ ਛੋਟੀ ਜਿਹੀ ਇੱਕ ਅੱਖਾਂ ਦੀ ਕੁੱਲੀ ਵੀ ਹੋਵੇ, ਛੋਟਾ ਜਿਹਾ ਕਮਰਾ ਹੀ ਹੋਵੇ, ਕੱਚਾ ਹੀ ਹੋਵੇ, ਪਰ ਅਗਰ ਉਹਦੇ ਅੰਦਰ ਪਿਆਰ ਹੈ, ਰੱਬ ਦਾ ਨਾਮ ਹੈ, ਪ੍ਰਮਾਤਮਾ ਦੀ ਬੰਦਗੀ ਹੈ, ਤਾਂ ਉਹ ਘਰ ਸਵਰਗ ਨਾਲੋਂ ਵੀ ਸੁੰਦਰ ਹੋ ਜਾਂਦਾ। ਇਸ ਲਈ ਇਹ ਗੱਲ ਯਾਦ ਰੱਖਣਾ ਤੁਸੀਂ ਕਿ ਆਪਣੇ ਘਰਾਂ ਨੂੰ ਸੁੰਦਰ ਬਣਾਉਣਾ ਹੈ ਤਾਂ ਇਹ ਨਾ ਦੇਖੋ ਇੱਥੇ ਆ ਰੱਖਾਂ, ਇੱਥੇ ਉਹ ਰੱਖਾਂ, ਬਲਕਿ ਇਹ ਦੇਖੋ ਆਪਣੀ ਜ਼ੁਬਾਨ ਤੇ ਰੱਬ ਦਾ ਨਾਮ ਰੱਖਾਂ, ਕਿਉਂਕਿ ਜੇ ਮੇਰੀ ਜ਼ੁਬਾਨ ਤੇ ਰੱਬ ਦਾ ਨਾਮ ਰਹੇਗਾ ਤਾਂ ਮੇਰਾ ਘਰ ਆਪੇ ਹੀ ਸੁੰਦਰ ਹੁੰਦਾ ਚਲਾ ਜਾਏਗਾ। ਜਦੋਂ ਸ਼੍ਰੀ ਗੁਰੂ ਰਵਿਦਾਸ ਜੀ ਸੀ, ਅੱਖਾਂ ਦੀ ਕੁੱਲੀ ਸੀ, ਉਹਨਾਂ ਦੀ ਜ਼ੁਬਾਨ ਤੇ ਰੱਬ ਦਾ ਨਾਮ ਸੀ, ਤਾਂ ਅੱਜ ਦੇਖ ਲਓ ਕਿੰਨਾ ਸੋਹਣਾ ਬਣ ਗਿਆ ਉੱਥੇ। ਸਮਝਦੇ ਹੋ ਕਿ ਨਹੀਂ? ਕਬੀਰ ਸਾਹਿਬ ਦੀ ਗੱਲ ਕਰ ਲਈਏ, ਮੁਹੰਮਦ ਸਾਹਿਬ ਦੀ ਗੱਲ ਕਰ ਲਈਏ ਕਿ ਅੱਜ ਮੱਕੇ ਮਦੀਨੇ ਜਾ ਕੇ ਦੇਖੋ, ਜਾਂ ਹਜ਼ੂਰ ਗੌਸ ਦੀ ਗੱਲ ਕਰ ਲਈਏ ਕਿ ਅਗਰ ਇਨਸਾਨ ਆਪਣੀ ਜ਼ੁਬਾਨ ਤੇ ਰੱਬ ਦਾ ਨਾਮ ਰੱਖੇਗਾ ਤਾਂ ਜਿੱਥੇ ਫਕੀਰ ਬਹਿ ਕੇ ਰੱਬ ਦਾ ਨਾਮ ਲੈਂਦੇ ਨੇ ਉੱਥੇ ਮਹਿਲ ਚਵਾਰੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਡੇਰਾ ਲਾ ਲੈਂਦੀਆਂ। ਸਮਝਦੇ ਹੋ ਕਿ ਨਹੀਂ? ਅੱਜ ਬੰਦਾ ਕਹਿੰਦਾ ਮੇਰਾ ਘਰ ਬੜਾ ਕਿੱਦਾਂ ਹੋਵੇ, ਮੇਰਾ ਘਰ ਬੜਾ ਕਿੱਦਾਂ ਹੋਵੇ, ਤਾਂ ਘਰ ਤੇਰਾ ਉਦੋਂ ਬੜਾ ਹੋਣਾ ਜਦੋਂ ਤੇਰਾ ਦਿਲ ਬੜਾ ਹੋਣਾ ਹੈ, ਜਦੋਂ ਤੇਰੀ ਜ਼ੁਬਾਨ ਤੇ ਰੱਬ ਦਾ ਨਾਮ ਬੜਾ ਹੋਣਾ ਹੈ। ਰੱਬ ਦਾ ਨਾਮ ਬੜੇ ਦਾ ਮਤਲਬ ਜਿੱਦਾਂ ਬੰਦਾ ਕਹਿੰਦੇ ਆ ਬਹੁਤ ਬੜੀਆਂ ਬੜੀਆਂ ਗੱਲਾਂ ਕਰਦਾ ਹੈ, ਬੜੀਆਂ ਬੜੀਆਂ ਮਤਲਬ ਹਰ ਵੇਲੇ ਉਹਦਾ ਹੀ ਨਾਮ ਲੈਂਦਾ ਹੈ। ਤਾਂ ਜਦੋਂ ਹਰ ਵੇਲੇ ਸਾਡੀ ਜ਼ੁਬਾਨ ਤੇ ਰੱਬ ਦਾ ਨਾਮ ਹੋਏਗਾ ਤਾਂ ਫਿਰ ਕਹਾਂਗੇ ਕਿ ਸਾਡੀ ਜ਼ੁਬਾਨ ਤੇ ਉਹਦਾ ਨਾਮ ਬੜਾ ਆਉਂਦਾ ਹੈ, ਉਹਦੀ ਯਾਦ ਬੜੀ ਆਉਂਦੀ ਹੈ। ਤਾਂ ਫਿਰ ਜਦੋਂ ਉਹਦੀ ਯਾਦ ਵੱਧਦੀ ਚਲੀ ਜਾਂਦੀ ਹੈ ਤਾਂ ਸਾਡਾ ਬਿਜ਼ਨਸ ਵੀ, ਸਾਡੇ ਜੀਵਨ 'ਚ ਖੁਸ਼ੀਆਂ ਵੀ, ਸਾਡੇ ਜੀਵਨ 'ਚ ਸ਼ਾਂਤੀ ਵੀ ਵੱਧਦੀ ਚਲੀ ਜਾਂਦੀ ਹੈ। ਸੋ ਕੀ ਵਧਾਉਣਾ ਚਾਹੁੰਦੇ ਹੋ ਤੁਸੀਂ? ਖੁਸ਼ੀਆਂ? ਤਾਂ ਫਿਰ ਰੱਬ ਦਾ ਨਾਮ ਵਧਾਓ ਕਿ ਜਿੱਥੇ ਮੈਂ 10 ਮਿੰਟ ਲੈਂਦਾ ਉੱਥੇ 15 ਮਿੰਟ ਲਵਾਂ, 20 ਮਿੰਟ ਲਵਾਂ। ਜਿੱਥੇ ਮੈਂ ਇੱਕ ਵਾਰ ਕਹਿੰਦਾ ਹਾਂ ਉੱਥੇ ਮੈਂ 10 ਵਾਰ ਕਹਾਂ, ਕਿਉਂਕਿ ਜਿੰਨਾ ਇੱਥੇ ਉਹਦਾ ਨਾਮ ਚੱਲਦਾ ਚਲਾ ਜਾਏਗਾ ਉਹਨਾਂ ਜੀਵਨ 'ਚ ਖੁਸ਼ੀਆਂ ਵੀ ਆਂਦੀਆਂ ਚਲੀਆਂ ਜਾਣਗੀਆਂ। ਇਸ ਲਈ ਰਵੀਆ ਨੇ ਕਿਹਾ ਕਿ ਮਾਲਿਕ ਘਰ ਸਮਾਨ ਨਾਲ ਸੁੰਦਰ ਨਹੀਂ ਹੁੰਦਾ, ਘਰ ਸੁੰਦਰ ਹੁੰਦਾ ਰੱਬ ਦੀ ਯਾਦ ਨਾਲ, ਉਹਦੀ ਬੰਦਗੀ ਨਾਲ, ਕਿਉਂਕਿ ਜਿੱਥੇ ਬਹਿ ਕੇ ਉਹਨੂੰ ਯਾਦ ਕੀਤਾ ਜਾਵੇ ਉਹ ਜਗ੍ਹਾ ਆਪੇ ਸੁੰਦਰ ਹੋ ਜਾਂਦੀ ਹੈ। ਮਾਲਿਕ ਨੇ ਸੁਣਿਆ ਤਾਂ ਮਾਲਿਕ ਬੜਾ ਖੁਸ਼ ਹੋਇਆ ਕਿ ਵਾਕਈ ਇਹ ਰੱਬ ਨਾਲ ਬੜਾ ਪਿਆਰ ਕਰਨ ਵਾਲੀ ਲੱਗਦੀ ਹੈ। ਇਸ ਲਈ ਉਹਨਾਂ ਕਿਹਾ ਠੀਕ ਹੈ, ਫਿਰ ਜਿੱਥੇ ਤੇਰਾ ਦਿਲ ਕਰਦਾ। ਕਹਿੰਦੇ ਉਹਨਾਂ ਚਟਾਈ ਚੱਕੀ, ਇੱਕ ਸਟੋਰ ਰੂਮ ਜਿੱਦਾਂ ਹੁੰਦਾ ਹੈ ਜਿੱਥੇ ਟੁੱਟਾ ਫੁੱਟਾ ਸਮਾਨ, ਉੱਥੇ ਜਾ ਕੇ ਵਿਛਾ ਕੇ ਉੱਥੇ ਰਹਿਣਾ ਸ਼ੁਰੂ ਕਰਤਾ ਉਹਨਾਂ। ਇੱਕ ਦਿਨ ਇਹ ਮਾਲਿਕ ਰਾਤ ਨੂੰ, ਅੱਧੀ ਰਾਤ ਨੂੰ ਪਿਆਸ ਲੱਗੀ, ਆਪਣੇ ਕਮਰੇ 'ਚ ਉੱਠਿਆ ਪਰ ਦੇਖਿਆ ਪਾਣੀ ਨਹੀਂ ਹੈ। ਪਾਣੀ ਲੈਣ ਵਾਸਤੇ ਜਦੋਂ ਬਾਹਰ ਆਇਆ ਤਾਂ ਇਹਨੇ ਕੀ ਦੇਖਿਆ? ਜਦੋਂ ਪਾਣੀ ਲੈਣ ਵਾਸਤੇ ਆਇਆ ਤਾਂ ਜਿਹੜਾ ਸਟੋਰ ਰੂਮ ਜਿੱਥੇ ਉਹ ਰਵੀਆ ਰਹਿੰਦੀ ਸੀ ਉਹਦੇ ਮੋੜ ਦੀ ਗੁਜ਼ਰਿਆ ਤਾਂ ਇਹਦੇ ਕੰਨਾਂ 'ਚ ਰੋਣ ਦੀ ਆਵਾਜ਼ ਪਈ ਕਿ ਅੱਧੀ ਰਾਤ ਦਾ ਸਮਾਂ ਰੋ ਕੌਣ ਰਹੀ, ਅੰਦਰ ਰੋ ਕਿਉਂ ਰਹੀ ਹੈ ਇਹ? ਕਿਤੇ ਕੋਈ ਤਕਲੀਫ ਤਾਂ ਨਹੀਂ ਇਹਨੂੰ, ਕਿਤੇ ਕੋਈ ਪਰੇਸ਼ਾਨੀ ਤਾਂ ਨਹੀਂ ਇਹਨੂੰ? ਨਹੀਂ ਤਾਂ ਅੱਧੀ ਰਾਤ ਨੂੰ ਬੰਦਾ ਕਿਉਂ ਰੋਵੇ? ਅੱਧੀ ਰਾਤ ਤਾਂ ਸੌਣ ਦੀ ਹੁੰਦੀ ਹੈ ਕਿ ਬੰਦਾ ਸੁੱਤਾ ਹੈ। ਉਹ ਰਵੀਆ ਰੋ ਰਹੀ ਹੈ। ਹੁਣ ਕਹਿੰਦੇ ਔਰਤ ਹੋਣ ਕਰਕੇ ਉਹਨਾਂ ਦਰਵਾਜ਼ਾ ਤਾਂ ਨਹੀਂ ਖੋਲਿਆ ਕਿ ਪਤਾ ਨਹੀਂ ਕਿਹੜੀ ਹਾਲਤ ਵਿੱਚ ਹੋਣੀ ਹੈ, ਪਰ ਉਹਨੇ ਕੋਲ ਖੜ ਕੇ ਸੁਣ ਰਿਹਾ ਹੈ ਕੰਨ ਲਾ ਕੇ ਕਿ ਅੰਦਰ ਕੋਈ ਇਹਨੂੰ ਤਕਲੀਫ ਹੈ, ਸ਼ਾਇਦ ਕੋਈ ਬੋਲ ਰਹੀ ਹੋਵੇ, ਕੁਝ ਕਰ ਰਹੀ ਹੋਵੇ, ਤਾਂ ਥੋੜਾ ਮੈਨੂੰ ਪਤਾ ਲੱਗ ਜਾਵੇ, ਮੈਂ ਸੁਣ ਤਾਂ ਲਵਾਂ। ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਰਵੀਆ ਕੀ ਕਹਿ ਰਹੀ ਹੈ? ਆਪਣੇ ਰੱਬ ਨੂੰ ਕਹਿ ਰਹੀ ਹੈ, ਹੇ ਰੱਬਾ ਜੇ ਤੂੰ ਮੇਰੇ ਨਾਲ ਮੁਹੱਬਤ ਕਰਦਾ ਹੈ, ਜੇ ਤੂੰ ਮੇਰੇ ਨਾਲ ਇਸ਼ਕ ਕਰਦਾ ਤਾਂ ਹੁਣ ਜਲਦੀ ਦਰਸ਼ਨ ਦੇ, ਹੁਣ ਜਲਦੀ ਦੀਦਾਰ ਦੇ, ਹੋਰ ਮੈਨੂੰ ਕਿੰਨਾ ਕੁ ਤੜਫਾਏਗਾ, ਹੋਰ ਕਿੰਨਾ ਕੁ ਸਮਾਂ ਲਾਏਗਾ ਕਿ ਤੇਰੇ ਇੰਤਜ਼ਾਰ ਵਿੱਚ ਕਿਤੇ ਮੇਰੀ ਜਾਨ ਹੀ ਨਾ ਚਲੀ ਜਾਵੇ, ਇਸ ਲਈ ਜਲਦੀ ਦੀਦਾਰ ਦੇ। ਰਵੀਆ ਰੋ ਰਹੀ ਹੈ ਅੱਧੀ ਰਾਤ ਨੂੰ। ਹੁਣ ਜਦੋਂ ਇਹਨੇ ਸੁਣਿਆ ਕਿ ਅੱਛਾ ਇਹ ਤਾਂ ਰੱਬ ਦੀ ਯਾਦ ਵਿੱਚ ਰੋ ਰਹੀ ਹੈ, ਪਰ ਜਦੋਂ ਇਹਨਾਂ ਸੁਣਿਆ ਨਾ ਉਹ ਕਹਿ ਰਹੀ ਹੈ ਰੱਬਾ ਜੇ ਤੂੰ ਮੇਰੇ ਨਾਲ ਮੁਹੱਬਤ ਕਰਦਾ ਹੈ ਤਾਂ ਫਿਰ ਜਲਦੀ ਦਰਸ਼ਨ ਦੇ, ਜਲਦੀ ਮੇਰੇ ਤੇ ਕਿਰਪਾ ਕਰ। ਤਾਂ ਇਹਦੇ ਮਨ ਚ ਆਇਆ, ਜੋ ਬਾਹਰ ਇਹਦਾ ਮਾਲਕ ਖੜਾ ਸੀ, ਕਿ ਇਹ ਕਿੱਦਾਂ ਦੀ ਗੱਲ ਕਹਿ ਰਹੀ ਰੱਬਾ ਜੇ ਤੂੰ ਮੇਰੇ ਨਾਲ ਮੁਹੱਬਤ ਕਰਦਾ ਹੈ, ਬਲਕਿ ਇਹਨੂੰ ਕਹਿਣਾ ਚਾਹੀਦਾ ਰੱਬਾ ਜੇ ਮੈਂ ਤੇਰੇ ਨਾਲ ਮੁਹੱਬਤ ਕਰਦੀ ਹਾਂ। ਆਪਣੀ ਗੱਲ ਕਹਿਣੀ ਚਾਹੀਦੀ ਹੈ, ਰੱਬ ਨੂੰ ਕਿਉਂ ਕਹਿ ਰਹੀ ਰੱਬਾ ਜੇ ਤੂੰ ਮੇਰੇ ਨਾਲ ਮੁਹੱਬਤ ਕਰਦਾ ਹੈ, ਜੇ ਤੂੰ ਮੇਰੇ ਨਾਲ ਪਿਆਰ ਕਰਦਾ ਹੈ, ਬਲਕਿ ਇਦਾਂ ਕਹਿਵੇ ਕਿ ਰੱਬਾ ਜੇ ਮੈਂ ਤੈਨੂੰ ਪਿਆਰ ਕਰਦੀ ਜਲਦੀ ਦਰਸ਼ਨ ਦੇ, ਜੇ ਮੈਂ ਤੈਨੂੰ ਪਿਆਰ ਕਰਦੀ ਤਾਂ ਜਲਦੀ ਮਿਲ। ਇਹ ਤਾਂ ਉਲਟਾ ਕਹਿ ਰਹੀ ਹੈ ਰੱਬਾ ਜੇ ਤੂੰ ਮੈਨੂੰ ਮੁਹੱਬਤ ਕਰਦਾ ਹੈ। ਕਦੀ ਰੱਬ ਵੀ ਮੁਹੱਬਤ ਕਰਦਾ ਹੈ? ਰੱਬ ਨੂੰ ਕੀ ਲੋੜ ਹੈ ਸਾਡੀ? ਸਾਨੂੰ ਲੋੜ ਹੈ ਰੱਬ ਦੀ। ਇਸ ਲਈ ਹੁਣ ਉਹਨੂੰ ਪਤਾ ਲੱਗ ਗਿਆ, ਬੈਠੀ ਹੈ ਇਬਾਦਤ ਤੇ, ਉਹਨਾਂ ਦਰਵਾਜ਼ਾ ਖੜਕਾਇਆ ਔਰ ਖੋਲ ਦਿੱਤਾ। ਰਵੀਆ ਵਾਕਈ ਇਬਾਦਤ ਤੇ ਬੈਠੀ ਸੀ, ਹੱਥ ਉਠਾ ਕੇ ਰੋ ਰਹੀ ਹੈ, ਨਾਲੇ ਰੱਬ ਨੂੰ ਕਹਿ ਰਹੀ ਹੈ। ਤਾਂ ਹੁਣ ਜਦੋਂ ਇਹਨੇ ਰਵੀਆ ਨੇ ਦੇਖਿਆ ਆਪਣੇ ਮਾਲਿਕ ਨੂੰ, ਉੱਠ ਕੇ ਖੜ ਗਈ, ਤਾਂ ਮਾਲਿਕ ਕਹਿੰਦਾ ਰਵੀਆ ਕੀ ਕਰ ਰਹੀ ਸੀ? ਮੈਂ ਸੁਣ ਲਿਆ ਸਭ ਕੁਝ, ਤੂੰ ਇਬਾਦਤ ਤੇ ਬੈਠੀ ਸੀ, ਤੂੰ ਰੱਬ ਨੂੰ ਕਹਿ ਰਹੀ ਸੀ ਰੱਬਾ ਜੇ ਤੂੰ ਮੇਰੇ ਨਾਲ ਮੁਹੱਬਤ ਕਰਦਾ ਹੈ ਤਾਂ ਮੈਨੂੰ ਜਲਦੀ ਦਰਸ਼ਨ ਦੇ। ਉਹ ਕਹਿੰਦਾ ਮੈਂ ਤੇਰੀਆਂ ਸਾਰੀਆਂ ਗੱਲਾਂ ਤੋਂ ਠੀਕ ਹੈ, ਮੁਨਾਸਿਬ ਹੈ, ਤੇਰੀਆਂ ਸਾਰੀਆਂ ਗੱਲਾਂ ਮੰਨਦਾ ਆ ਮੈਂ, ਪਰ ਇੱਕ ਗੱਲ ਤੂੰ ਗਲਤ ਕਹਿ ਰਹੀ ਕਿ ਰੱਬਾ ਜੇ ਤੂੰ ਮੈਨੂੰ ਮੁਹੱਬਤ ਕਰਦਾ ਹੈ। ਇਹ ਗੱਲ ਨਹੀਂ ਕਹਿਣੀ, ਬਲਕਿ ਇਹ ਕਹਿ ਰੱਬਾ ਜੇ ਮੈਂ ਤੈਨੂੰ ਮੁਹੱਬਤ ਕਰਦੀ। ਤਾਂ ਰਵੀਆ ਕਹਿੰਦੀ ਮੈਂ ਉਹੀ ਕਹਿ ਰਹੀ ਹਾਂ ਜੋ ਸੱਚ ਹੈ। ਮੈਂ ਇਸ ਲਈ ਉਹਨੂੰ ਕਹਿ ਰਹੀ ਹਾਂ ਕਿਉਂਕਿ ਮੈਨੂੰ ਪਤਾ ਉਹ ਰੱਬ ਮੇਰੇ ਨਾਲ ਮੁਹੱਬਤ ਕਰਦਾ ਹੈ। ਉਹ ਕਹਿੰਦਾ ਕੀ ਮਤਲਬ, ਕੀ ਮਤਲਬ?
ਰੱਬ ਸਾਡੇ ਨਾਲ ਮੁਹੱਬਤ ਕਰਦਾ ਹੈ, ਕੀ ਮਤਲਬ ਬੰਦਾ ਰੱਬ ਨਾਲ ਮੁਹੱਬਤ ਕਰਦਾ ਹੈ? ਤਾਂ ਉਸ ਵੇਲੇ ਰਵੀਆ ਹੱਸ ਕੇ ਕਹਿਣ ਲੱਗੀ, ਮਾਲਿਕ ਫਿਰ ਤੁਹਾਨੂੰ ਪਤਾ ਹੀ ਨਹੀਂ, ਉਹ ਬੰਦਾ ਰੱਬ ਨਾਲ ਮੁਹੱਬਤ ਕਰ ਹੀ ਨਹੀਂ ਸਕਦਾ ਜਿੰਨੀ ਮੁਹੱਬਤ ਰੱਬ ਬੰਦੇ ਨਾਲ ਕਰਦਾ ਹੈ। ਜ਼ਰਾ ਸੋਚ ਕੇ ਦੇਖੋ ਕਿ ਤੁਸੀਂ ਉਨਾ ਪਿਆਰ ਆਪਣੇ ਮਾਲਿਕ ਨਾਲ ਕਰਦੇ ਹੋ ਜਿੰਨਾ ਤੁਹਾਡਾ ਮਾਲਿਕ ਉਹ ਪ੍ਰਮਾਤਮਾ ਪ੍ਰਭੂ ਤੁਹਾਡੇ ਨਾਲ ਪਿਆਰ ਕਰਦਾ ਹੈ। ਜੇ ਅਗਰ ਉਹਦੇ ਪਿਆਰ ਸਾਹਮਣੇ ਬੰਦਾ ਆਪਣਾ ਪਿਆਰ ਦੇਖੇ ਨਾ, ਤਾਂ ਅਸੀਂ ਇਦਾਂ ਕਹਿ ਲਈਏ ਇੱਕ ਪਾਸੇ 100% ਦੂਜੇ ਪਾਸੇ ਸ਼ਾਇਦ 0 ਕੁਝ ਪੁਆਇੰਟ ਇਦਾਂ। ਬੋਲੋ ਸਮਝਦੇ ਹੋ ਕਿ ਨਹੀਂ? 100% ਤਾਂ ਬੰਦਾ ਕਹਿ ਨਹੀਂ ਸਕਦਾ, ਕਿਉਂਕਿ ਉਹਦੀ ਮੁਹੱਬਤ ਬਹੁਤ ਜ਼ਿਆਦਾ ਹੈ। ਤਾਂ ਹੀ ਤਾਂ ਉਹਨਾਂ ਸਾਰਾ ਇੰਤਜ਼ਾਮ ਇਦਾਂ ਦਾ ਤੁਹਾਡੇ ਵਾਸਤੇ ਕੀਤਾ ਹੈ ਕਿ ਜੇ ਕੋਈ ਤੁਹਾਨੂੰ ਬੇਹੋਸ਼ ਵੀ ਕਰ ਦੇਵੇ ਨਾ, ਤਾਂ ਵੀ ਤੁਹਾਡਾ ਸਿਸਟਮ ਚੱਲਦਾ ਰਵੇ। ਚੱਲਦਾ ਰਵੇ ਦਾ ਮਤਲਬ ਦਿਲ ਵੀ ਧੜਕੀ ਜਾਣਾ ਹੈ, ਖਾਣਾ ਵੀ ਪਚੀ ਜਾਣਾ ਹੈ, ਦਿਨ ਵੀ ਚੜੀ ਜਾਣਾ ਹੈ, ਕਿਉਂਕਿ ਪਤਾ ਤੁਹਾਨੂੰ ਰੋਸ਼ਨੀ ਦੀ ਜ਼ਰੂਰਤ ਹੈ, ਹਵਾ ਵੀ ਚਲੀ ਜਾਣੀ ਹੈ, ਪਤਾ ਹੈ ਤੁਹਾਨੂੰ ਹਵਾ ਦੀ ਜ਼ਰੂਰਤ ਹੈ। ਪਰਮਾਤਮਾ ਇੰਨਾ ਤੁਹਾਨੂੰ ਪ੍ਰੇਮ ਕਰਦਾ ਹੈ ਕਿ ਉਹਨੇ ਸਾਰਾ ਸਿਸਟਮ ਏਦਾਂ ਦਾ ਬਣਾਇਆ ਹੈ ਕਿ ਤੁਸੀਂ ਬੇਹੋਸ਼ ਵੀ ਪੈ ਰਹੋ, ਸੁੱਤੇ ਵੀ ਰਹੋ ਨਾ, ਤਾਂ ਵੀ ਤੁਹਾਡੀ ਜ਼ਿੰਦਗੀ ਚਲੀ ਜਾਣੀ ਹੈ। ਯਾਦ ਰੱਖੋ ਸਭ ਕੁਝ, ਇਹ ਉਹਦੇ ਪਿਆਰ ਦੀ ਨਿਸ਼ਾਨੀ ਤਾਂ ਹੈ। ਬੋਲੋ ਹੈ ਜਾਂ ਨਹੀਂ? ਤਾਂ ਜੇ ਹੁਣ ਬੰਦਾ ਸੋਚੇ ਕਿ ਮੈਂ ਆਪਣੇ ਰੱਬ ਨਾਲ ਕਿੰਨਾ ਕੁ ਪਿਆਰ ਕਰਦਾ ਹਾਂ, ਤਾਂ ਬੰਦੇ ਦਾ ਪਿਆਰ ਇਦਾਂ ਦਾ ਹੀ ਹੈ, ਗੱਲਾਂ ਪੂਰੀਆਂ ਹੋ ਜਾਣ ਤਾਂ ਮੈਂ ਪਿਆਰ ਕਰਦਾ, ਤਾਂ ਜੇ ਗੱਲ ਇੱਕ ਵੀ ਪੂਰੀ ਨਾ ਹੋਵੇ ਤਾਂ ਹੈ ਨਹੀਂ ਕੋਈ ਰੱਬ ਦੁਨੀਆ ਤੇ। ਮੈਂ ਨਹੀਂ ਮੰਨਦਾ ਕਿਸੇ ਰੱਬ ਨੂੰ। ਬੋਲੋ ਇਦਾਂ ਹੁੰਦੀ ਹੈ ਕਿ ਨਹੀਂ? ਬਹੁਤ ਬੰਦੇ ਕਹਿੰਦੇ ਕਿਹੜਾ ਰੱਬ, ਮੈਂ ਨਹੀਂ ਮੰਨਦਾ, ਮੇਰਾ ਕੰਮ ਤਾਂ ਹੋਇਆ ਹੀ ਨਹੀਂ ਸੀ। ਯਾਨੀ ਇਨਸਾਨ ਦਾ ਪ੍ਰੇਮ ਮਤਲਬ ਹੀ ਹੈ। ਬੋਲੋ ਸਮਝਦੇ ਹੋ ਕਿ? ਇਸ ਲਈ ਕਿਹਾ ਜਾਂਦਾ ਹੈ ਕਿ ਜੇ ਅਸੀਂ ਕਿਸੇ ਲਾਲਚ ਨਾਲ ਇਸ਼ਕ ਕਰਦੇ ਹਾਂ, ਲਾਲਚ ਨਾਲ ਪ੍ਰੇਮ ਕਰਦੇ ਹਾਂ, ਤਾਂ ਉਹ ਪ੍ਰੇਮ ਕਦੀ ਸਿਰੇ ਨਹੀਂ ਚੜਦਾ। ਤਾਂ ਜੇ ਸਾਡਾ ਪ੍ਰੇਮ ਸੱਚਾ ਹੈ, ਅਸੀਂ ਪ੍ਰੇਮ ਕਰਦੇ ਹਾਂ ਇਦਾਂ ਕਿ ਜਿੱਥੇ ਕੋਈ ਭਾਵਨਾ ਹੀ ਨਹੀਂ ਹੈ, ਦੁੱਖ ਸੁੱਖ ਦੀ ਕੋਈ ਫਿਕਰ ਹੀ ਨਹੀਂ ਹੈ, ਦੁੱਖ ਦੇ ਸੁੱਖ ਦੇ ਖੁਸ਼ੀ ਦੇ ਗਮੀ ਦੇ ਵਸਾ ਦੇ ਉਜਾੜ ਦੇ ਮੈਂ ਹੁਣ ਤੇਰਾ, ਉਹ ਹੈ ਪ੍ਰੇਮ ਸੱਚਾ। ਜਦੋਂ ਐਦਾਂ ਦਾ ਪ੍ਰੇਮ ਹੁੰਦਾ ਹੈ ਤਾਂ ਫਿਰ ਹੀ, ਜਿੱਦਾਂ ਕਹਿੰਦੇ ਨਾ ਪਾਣੀ ਭਰਨ ਸਹੇਲੀਆਂ ਰੰਗਾ ਰੰਗ ਘੜੇ, ਕਿ ਸਹੇਲੀਆਂ ਗਈਆਂ ਪਾਣੀ ਭਰਨ ਵਾਸਤੇ, ਸਾਰਿਆਂ ਦੇ ਹੱਥਾਂ ਵਿੱਚ ਰੰਗ ਬਰੰਗੇ ਘੜੇ ਸੀ। ਕਹਿੰਦੇ ਯਾਰ ਪਾਣੀ ਭਰਨ ਸਹੇਲੀਆਂ, ਇੱਕ ਕਲਾਮ ਹੈ ਮੀਆਂ ਮੁਹੰਮਦ ਬਖਸ਼ ਜੀ ਦਾ, ਕਿ ਰੰਗਾ ਰੰਗ ਘੜੇ ਪਰ ਭਰਿਆ ਉਸ ਦਾ ਜਾਣੀਏ ਜਿਸ ਦਾ ਤੋੜ ਚੜੇ। ਕਹਿੰਦੇ ਘੜੇ ਤਾਂ ਸਾਰੇ ਭਰ ਲੈਂਦੇ ਆ, ਪਰ ਮੰਜ਼ਿਲ ਤੱਕ ਪਹੁੰਚਦਾ ਕੋਈ ਵਿਰਲਾ। ਕਈ ਤਾਂ ਰਸਤੇ ਹੀ ਤੋੜ ਕੇ ਬਹਿ ਜਾਂਦੇ ਆ, ਕਈ ਤਾਂ ਰਸਤੇ 'ਚ ਹੀ ਖਲਾਰਾ ਪਾ ਕੇ ਬਹਿ ਜਾਂਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਲਈ ਤਾਂ ਕਿਹਾ ਹੈ ਕਿ ਨਾ ਛੱਡ ਸੋਹਣੇ ਯਾਰ ਦਾ ਬੂਹਾ, ਨਾ ਛੱਡ ਸੋਹਣੇ ਯਾਰ ਦਾ ਬੂਹਾ, ਨਹੀਂ ਤਾਂ ਹੋ ਜਾਏਗੀ ਰੋਗੀ, ਨਹੀਂ ਤਾਂ ਹੋ ਜਾਏਗੀ ਰੋਗੀ। ਨਾ ਛੱਡ ਸੋਹਣੇ ਯਾਰ ਦਾ ਬੂਹਾ, ਨਹੀਂ ਤਾਂ ਹੋ ਜਾਏਗੀ ਰੋਗੀ। ਉਹ ਜਿਹੜੀ ਬੱਕਰੀ ਸੰਗ ਤੋਂ ਵਿਛੜੀ, ਉਹ ਬਘਿਆੜਾਂ ਜੋਗੀ। ਜ਼ਰਾ ਸਮਝਣਾ ਸਾਰੇ ਜੀ। ਕਹਿੰਦੇ ਨਾ ਬੱਕਰੀਆਂ ਚਾਰਨ ਵਾਸਤੇ ਗਡਰੀਆ ਜਦੋਂ ਬੱਕਰੀਆਂ ਲੈ ਕੇ ਜੰਗਲ ਨੂੰ ਜਾਂਦਾ ਨਾ, ਕਿ ਜੱਥਾ ਹੁੰਦਾ, ਜੱਥਾ ਦਾ ਮਤਲਬ ਇਕੱਠੀਆਂ ਹੋ ਕੇ ਜਾਂਦੀਆਂ ਬੱਕਰੀਆਂ। ਹੁਣ ਜਿਹੜੀਆਂ ਬੱਕਰੀਆਂ ਤਾਂ ਸੰਗ ਦੇ ਨਾਲ ਰਹਿੰਦੀਆਂ ਹੈ, ਆਪਣੇ ਮਾਲਿਕ ਦੇ ਨਾਲ ਰਹਿੰਦੀਆਂ, ਪਤਾ ਜਿਹੜਾ ਚਰਾਉਣ ਵਾਲਾ ਮੇਰਾ ਮਾਲਿਕ ਹੈ, ਮੇਰੇ ਨਾਲ ਨਾਲ ਰਹਿਣਾ ਹੈ, ਉਹ ਤਾਂ ਜਿੱਦਾਂ ਸਹੀ ਸਲਾਮਤ ਜਾਂਦੀਆਂ ਜੰਗਲ 'ਚ, ਸਹੀ ਸਲਾਮਤ ਘਰ ਵੀ ਆ ਜਾਂਦੀਆਂ ਹੈ। ਤਾਂ ਜਿਹੜੀ ਬੱਕਰੀ ਆਪਣੇ ਮਾਲਿਕ ਨੂੰ ਛੱਡ ਕੇ ਕਿਤੇ ਹੋਰ ਤੁਰ ਪਵੇ, ਫਿਰ ਉਹ ਕਿਹਦੇ ਜੋਗੀ ਹੁੰਦੀ ਹੈ? ਬਘਿਆੜ ਪਤਾ ਨਾ ਕਿਹਨੂੰ ਕਹਿੰਦੇ ਆ? ਜੰਗਲ ਵਿੱਚ ਕਈ ਭੇੜੀ ਹੈ, ਕਈ ਬਘਿਆੜ ਹੈ ਜਿਹੜੇ ਮੌਕਾ ਲੱਭ ਰਹੇ ਕਿ ਖਾ ਲਈਏ, ਬੱਕਰੀ ਨੂੰ ਖਾ ਲਈਏ। ਹੁਣ ਕਹਿੰਦੇ ਹੈ ਕਿ ਨਾ ਛੱਡ ਸੋਹਣੇ ਯਾਰ ਦਾ ਬੂਹਾ, ਨਹੀਂ ਤਾਂ ਹੋ ਜਾਏਗੀ ਰੋਗੀ। ਇਸ ਲਈ ਤੂੰ ਵੀ ਆਪਣੇ ਸੋਹਣੇ ਯਾਰ ਦਾ ਬੂਹਾ ਮੰਨ ਲੈ। ਸਮਝਦੇ ਹੋ ਕਿ ਨਹੀਂ? ਕੁੱਲੀ ਯਾਰ ਦੇ ਬੂਹੇ ਦੇ ਅੱਗੇ ਪਾ ਲੈ ਕਿ ਕੱਲਿਆਂ ਨਹੀਂ ਦਿਲ ਲੱਗਣਾ। ਕਹਿੰਦੇ ਏਦਾਂ ਕੁੱਲੀ ਪਾ ਲੈ ਆਪਣੇ ਯਾਰ ਦੇ ਬੂਹੇ ਤੇ। ਹੁਣ ਇਹ ਕੁੱਲੀ ਚਲੋ ਏਦਾਂ ਨਹੀਂ ਪਾ ਸਕਦੇ, ਇੱਥੋਂ ਤਾਂ ਪਾ ਸਕਦੇ ਆ ਨਾ, ਕਿ ਕਿਤੇ ਵੀ ਰਹੀਏ ਹਰ ਵੇਲੇ ਧਿਆਨ, ਕਿਉਂਕਿ ਹੱਥ ਕਾਰ ਵੱਲ ਤੇ ਮਨ ਯਾਰ ਵੱਲ, ਹਰ ਵੇਲੇ ਧਿਆਨ ਆਪਣੇ ਯਾਰ ਵੱਲ। ਇਸ ਲਈ ਨਾ ਛੱਡ ਸੋਹਣੇ ਯਾਰ ਦਾ ਬੂਹਾ, ਨਹੀਂ ਤੇ ਹੋ ਜਾਏਗੀ ਰੋਗੀ। ਕਿਉਂਕਿ ਜਿਹੜਾ ਯਾਰ ਦੇ ਬੂਹੇ ਨੂੰ ਛੱਡ ਕੇ ਬਹਿ ਜਾਂਦੇ, ਉਹਦੇ ਜੀਵਨ 'ਚ ਕਈ ਰੋਗ ਲੱਗ ਜਾਂਦੇ ਆ, ਉਹਦੇ ਜੀਵਨ 'ਚ ਕਈ ਵਿਯੋਗ ਲੱਗ ਜਾਂਦੇ ਆ, ਉਹਦੇ ਜੀਵਨ 'ਚ ਕਈ ਟੈਨਸ਼ਨਾਂ, ਕਈ ਪਰੇਸ਼ਾਨੀਆਂ, ਕਈ ਚਿੰਤਾਵਾਂ ਖੜੀਆਂ ਹੋ ਜਾਂਦੀਆਂ ਹੈ। ਜਰਾ ਗੌਰ ਕਰਨਾ, ਕਿਉਂਕਿ ਰੋਗ ਸਿਰਫ ਸਰੀਰ ਨੂੰ ਨਹੀਂ ਹੁੰਦੇ ਕਿ ਫੋੜਾ ਫਿੰਸੀ ਹੋ ਗਿਆ ਤਾਂ ਰੋਗ ਹੈ, ਬਿਮਾਰੀ ਹੋ ਗਈ ਤਾਂ ਰੋਗ ਹੈ। ਟੈਨਸ਼ਨਾਂ, ਚਿੰਤਾਵਾਂ, ਪਰੇਸ਼ਾਨੀਆਂ, ਇਹ ਵੀ ਤਾਂ ਰੋਗ ਹੀ ਹੈ। ਹੁਣ ਜਿਹੜਾ ਆਪਣੇ ਰੱਬ ਤੋਂ ਦੂਰ ਹੋ ਗਿਆ, ਫਿਰ ਕਈ ਪ੍ਰਕਾਰ ਦੇ ਰੋਗ ਉਹਨੂੰ ਘੇਰਾ ਪਾ ਕੇ ਬਹਿ ਜਾਂਦੇ ਆ। ਤਾਂ ਜਿਹੜਾ ਆਪਣੇ ਰੱਬ ਦੇ ਦਰ ਦੇ ਬੂਹੇ ਤੇ ਮੰਨ ਗਏ ਨਾ, ਜਿੱਦਾਂ ਕਬੀਰ ਸਾਹਿਬ ਕਹਿੰਦੇ, ਮੋਹੇ ਮਰਨੇ ਕਾ ਚਾਹੋ ਮਰੂ ਤੋਂ ਹਰ ਕੇ ਦੁਆਰ, ਕਿ ਜੇ ਮੈਂ ਜੀਣਾ ਵੀ ਉਹਦੇ ਦਰ ਤੇ ਹੈ ਤਾਂ ਮਰਨਾ ਵੀ ਉਹਦੇ ਦਰ ਤੇ। ਹੁਣ ਮੇਰੇ ਮਨ 'ਚ ਚਾਹੀ ਇਦਾਂ ਹੈ, ਸਮਝਣਾ ਜ਼ਰਾ ਸਾਰੇ। ਇਸ ਲਈ ਨਾ ਛੱਡ ਸੋਹਣੇ ਯਾਰ ਦਾ ਬੂਹਾ, ਨਹੀਂ ਤੇ ਹੋ ਜਾਏਗੀ ਰੋਗੀ। ਕਿ ਜੇ ਰੋਗਾਂ ਤੋਂ ਬਚਣਾ ਹੈ ਤਾਂ ਯਾਰ ਦਾ ਬੂਹਾ ਮਲ ਕੇ ਬਹਿ ਜਾ, ਤਾਂ ਜੇ ਰੋਗੀ ਹੋਣਾ ਹੈ ਤਾਂ ਫਿਰ ਯਾਰ ਦਾ ਬੂਹਾ ਛੱਡ ਕੇ ਇੱਧਰ ਉੱਧਰ ਘੁੰਮ, ਤਾਂ ਆਪੀ ਰੋਗ, ਪਰੇਸ਼ਾਨੀਆਂ, ਚਿੰਤਾਵਾਂ ਤੈਨੂੰ ਘੇਰੇ ਪਾ ਲੈਣਗੀਆਂ। ਇਸ ਲਈ ਨਾ ਛੱਡ ਸੋਹਣੇ ਯਾਰ ਦਾ ਬੂਹਾ, ਨਹੀਂ ਤੇ ਹੋ ਜਾਵੇਗੀ ਰੋਗੀ।
ਉਹ ਜਿਹੜੀ ਬੱਕਰੀ ਸੰਗ ਤੋਂ ਵਿਛੜੀ ਉਹ ਬਘਿਆੜਾ ਜੋਗੀ। ਕਿ ਜਿਹੜੀ ਬੱਕਰੀ ਆਪਣੇ ਸੰਗ ਤੋਂ ਹੀ ਵਿਛੜ ਗਈ, ਆਪਣੇ ਮਾਲਿਕ ਤੋਂ ਵਿਛੜ ਗਈ, ਜਿਹੜਾ ਲੈ ਕੇ ਆਇਆ ਸੀ, ਜਿਹਨੇ ਲੈ ਕੇ ਜਾਣਾ ਆ, ਜਿਹੜੀ ਉਹ ਤੋਂ ਹੀ ਵਿਛੜ ਗਈ, ਤਾਂ ਫਿਰ ਉਹ ਬਘਿਆੜ ਹੀ ਖਾਣਗੇ ਉਹਨੂੰ, ਸ਼ੇਰ ਹੀ ਖਾਣਗੇ ਉਹਨੂੰ, ਫਿਰ ਉਹ ਘਰ ਕਦੀ ਪਹੁੰਚੇਗੀ ਨਹੀਂ। ਹੁਣ ਜਰਾ ਤੁਸੀਂ ਵੀ ਜਵਾਬ ਦੇਣਾ ਕਿ ਤੁਹਾਨੂੰ ਦੁਨੀਆ ਤੇ ਲੈ ਕੇ ਕੌਣ ਆਇਆ ਔਰ ਤੁਹਾਨੂੰ ਦੁਨੀਆ ਤੋਂ ਲੈ ਕੇ ਕਿਹਨੇ जाना है। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।